ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਕੱਲ ਨਵੇਂ ਰੂਲਸ ਆਏ ਆ। ਉਹਦੇ ਬਾਰੇ ਮੈਂ ਕੱਲ ਤੁਹਾਡੇ ਨਾਲ ਡਿਟੇਲ ਡਿਸਕਸ਼ਨ ਕੀਤੀ ਸੀ। ਅੱਜ ਫਿਰ ਥੋੜੀ ਜਿਹੀ ਕੈਨੇਡਾ ਦੇ ਵਿੱਚ ਲਾਈਵ ਡਿਸਕਸ਼ਨ ਕਰਾਂਗੇ ਕਿ ਨਵੇਂ ਰੂਲ ਫਾਇਦੇ ਵਾਲੇ ਆ ਕਿ ਨੁਕਸਾਨ ਵਾਲੇ ਆ। ਫਿਰ ਇਸ ਨਵੇਂ ਰੂਲ ਦੇ ਨਾਲ ਜਿਹੜੇ ਬੱਚੇ ਨਹੀਂ ਐਲੀਜੀਬਲ ਹੋ ਰਹੇ ਉਹਨਾਂ ਦੇ ਲਈ ਦੂਸਰੀਆਂ ਆਪਸ਼ਨਸ ਹੈ ਕੈਨੇਡਾ ਤੋਂ ਇਲਾਵਾ ਜਰਮਨੀ ਤੇ ਯੂਕੇ। ਜਰਮਨੀ ਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਹੈਗੀਆਂ, ਉਹਦੇ ਬਾਰੇ ਡਿਸਕਸ ਕਰਾਂਗੇ। ਤੇ ਕੱਲ ਨੂੰ ਮੈਂ ਤੁਹਾਡੇ ਨਾਲ ਜਿਹੜਾ ਟੁਮਾਰੋ ਉਹਦੇ ਵਿੱਚ ਮੈਂ ਤੁਹਾਡੇ ਨਾਲ ਲਾਈਵ ਹੋਵਾਂਗਾ ਯੂਕੇ ਦੇ ਲਈ। ਸਤਿ ਸ਼੍ਰੀ ਅਕਾਲ, ਮੈਂ ਹਰਦੀਪ ਸਿੰਘ, ਹਰਦੀਪ ਓਵਰਸੀਜ਼ ਪਾਥਵੇ ਐਜੂਕੇਸ਼ਨ ਤੋਂ। ਅੱਜ ਤੁਹਾਡੇ ਨਾਲ ਗੱਲ ਕਰਨ ਲਈ ਮੈਂ ਆਇਆ ਹੈਗਾ। ਜਸਟ ਪਹਿਲਾਂ ਸਟਾਰਟਿੰਗ ਦੇ ਵਿੱਚ ਗੱਲ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜੇ ਨਵੇਂ ਰੂਲਸ ਆਏ ਆ ਉਹਨਾਂ ਦੇ ਬਾਰੇ 2-3 ਮਿੰਟ ਮੈਂ ਗੱਲ ਕਰਾਂਗਾ। ਮੈਂ ਕੱਲ ਵੀ ਜਿਹੜੇ ਬੱਚੇ ਕੈਨੇਡਾ ਦੇ ਰੂਲਸ ਬਾਰੇ ਥੋੜੇ ਕਨਫਿਊਜ਼ਡ ਹੈਗੇ ਆ ਉਹ ਮੇਰਾ ਕੱਲ ਦਾ ਲਾਈਵ ਵੀਡੀਓ ਦੇਖ ਸਕਦੇ ਆ। ਮੈਂ ਹੁਣ ਵੀ ਸਟਾਰਟਿੰਗ ਦੇ ਵਿੱਚ ਇਸ ਤੋਂ ਪਹਿਲਾਂ ਕਿ ਮੈਂ ਜਰਮਨੀ ਦੀ ਡਿਟੇਲ ਦੇਵਾਂ ਕਿ ਜਰਮਨੀ ਬੱਚੇ ਨੂੰ ਕਿਉਂ ਜਾਣਾ ਚਾਹੀਦਾ, ਕੀ ਫਾਇਦੇ ਆ, ਕਿਹੜੇ ਐਲੀਜੀਬਿਲਿਟੀ ਕ੍ਰਾਈਟੇਰੀਆ, ਖਰਚਾ ਕੀ ਹੈਗਾ। ਅੱਜ ਡਿਟੇਲ ਮੇਰੀ ਜਿਹੜੀ ਲਾਈਵ ਹੋਣ ਦਾ ਰੀਜ਼ਨ ਹੈਗਾ ਉਹ ਜਰਮਨੀ ਸਟੂਡੈਂਟ ਵੀਜ਼ਾ ਤੇ ਹੈਗਾ। ਪਰ ਉਸ ਤੋਂ ਪਹਿਲਾਂ ਮੈਂ ਫਿਰ ਵੀ ਕੈਨੇਡਾ ਦੇ ਜਿਹੜੇ ਬੱਚੇ ਹੈਗੇ ਆ, ਜਿਹੜੇ ਕੈਨੇਡਾ ਲਈ ਇੰਟਰਸਟਡ ਹੈਗੇ ਆ, ਉਹਨਾਂ ਦੇ ਲਈ ਇੱਕ ਵਾਰੀ ਜ਼ਰੂਰ ਦੱਸਣਾ ਚਾਹੂੰਗਾ ਕਿ ਕੱਲ ਜਿਹੜਾ ਰੂਲਸ ਨਵੇਂ ਆਏ ਆ ਉਹਨਾਂ ਨੂੰ ਇੱਕ ਵਾਰੀ ਡਿਟੇਲਸ ਦੁਆਰਾ ਸਮਝਾਉਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਵਿੱਚ ਬੱਚੇ ਦਾ ਫਾਇਦਾ ਕਿ ਨੁਕਸਾਨ ਹੈ ਇਹਦੇ ਬਾਰੇ ਗੱਲ ਕਰਦੇ ਆ। ਤੇ ਇੱਕ ਤੇ ਸਭ ਤੋਂ ਪਹਿਲਾਂ CBSE ਦਾ ਜਿਹੜਾ ਰਿਜ਼ਲਟ ਆਇਆ, ਉਹ ਚਾਹੇ 10th ਦਾ ਆਇਆ ਚਾਹੇ 12th ਦਾ ਆਇਆ, ਉਹਨਾਂ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈਆਂ, ਬਹੁਤ-ਬਹੁਤ ਮੁਬਾਰਕਾਂ ਕਿ ਉਹਨਾਂ ਦੇ ਪੇਰੈਂਟਸ ਨੂੰ ਵੀ ਕਿ ਉਹ ਹੁਣ ਜਿਹੜੇ ਬੱਚੇ ਆ ਅਗਲਾ ਆਪਣਾ ਫਿਊਚਰ ਤੈਅ ਕਰ ਸਕਦੇ ਆ ਕਿ ਕਿੱਧਰ ਨੂੰ ਉਹਨਾਂ ਨੇ ਜਾਣਾ। ਦੋਸਤੋ, ਕੈਨੇਡਾ ਨੇ ਕੱਲ ਆਪਣੇ ਰੂਲ ਚੇਂਜ ਕੀਤੇ ਆ। ਆਪਣੇ ਵੱਲੋਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਬਹੁਤ ਪੋਜ਼ਿਟਿਵ ਹੋ ਕੇ ਰੂਲ ਚੇਂਜ ਕਰਦੇ ਪਏ ਆ। ਉਹਦੇ ਵਿੱਚ ਉਹਨਾਂ ਨੇ ਕੈਨੇਡਾ ਦੇ ਵੀਜ਼ਾ ਨੂੰ 2 ਸਟੈਪ ਦੇ ਵਿੱਚ, 2 ਸਟੇਜ ਦੇ ਵਿੱਚ ਉਹਨਾਂ ਨੇ ਬਾਈਫਰਕੇਟ ਕਰ ਦਿੱਤਾ। ਪਹਿਲੀ ਸਟੇਜ ਉਹਨਾਂ ਨੇ ਇਹ ਕੀਤੀ ਕਿਉਂਕਿ ਅਸੀਂ ਪਹਿਲਾਂ ਦੇਖਦੇ ਪਏ ਸੀਗੇ ਬਹੁਤ ਚਿਰ ਪਹਿਲਾਂ ਤੋਂ, ਮੈਂ ਤੁਹਾਡੇ ਨਾਲ ਲਾਈਵ ਹੋ ਕੇ ਤੁਹਾਨੂੰ ਦੱਸਦਾ ਪਿਆ ਸੀਗਾ ਕਿ ਸ਼ਾਇਦ ਕੈਨੇਡਾ ਕੁਛ ਇਦਾਂ ਦਾ ਕਰੇਗਾ ਕਿ VFS ਨਹੀਂ ਖੁੱਲ੍ਹਦੇ ਪਏ। VFS ਨਹੀਂ ਖੁੱਲ੍ਹਣ ਦੇ ਕਰਕੇ ਬਾਇਓਮੈਟ੍ਰਿਕ ਨਹੀਂ ਹੋ ਰਹੇ ਸੀ, ਜਿਹਨੂੰ ਫਿੰਗਰਪ੍ਰਿੰਟਸ ਕਹਿੰਦੇ ਆ, ਉਹ ਨਹੀਂ ਹੋ ਰਹੇ ਸੀਗੇ, ਜਿਹਦੇ ਕਰਕੇ ਰਿਜ਼ਲਟ ਨਹੀਂ ਸੀ ਆ ਰਹੇ। ਹੁਣ ਜਿਹੜਾ ਇਹਨਾਂ ਨੇ ਨਵਾਂ ਰੂਲ ਕੱਢਿਆ, ਮੈਡੀਕਲ ਨਹੀਂ ਹੋ ਰਹੇ ਜਾਂ ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਹੋ ਰਹੇ ਜਾਂ ਉਹਨਾਂ ਦੇ ਕੋਲ ਬੱਚੇ ਦੇ ਕੋਈ ਪਰੇਸ਼ਾਨੀ ਹੈਗੀ ਆ ਕਿ ਉਹ IELTS ਦੇ ਵਿੱਚ ਬੈਂਡ ਘੱਟ ਹੈਗੇ ਆ, ਡੁਓਲਿੰਗੋ ਦੇ ਨਾਲ ਉਹ ਫਾਈਲ ਲਗਾਉਣਾ ਚਾਹੁੰਦਾ ਸੀ, ਉਹਨੇ ਸਾਰੀਆਂ ਚੀਜ਼ਾਂ ਨੂੰ ਫੁੱਲ ਸਟਾਪ ਲਗਾਤਾ ਨਵੇਂ ਰੂਲ ਕੱਢ ਕੇ। ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਹੀ ਆ ਕਿ ਜਿਹੜੇ ਨਵੇਂ ਰੂਲ ਹੈਗੇ ਆ ਟੈਂਪਰੇਰੀ ਬੇਸ ਹੈਗੇ ਆ, ਅਸੀਂ ਇਹਨੂੰ ਕਿਸੇ ਦਿਨ ਵੀ ਚੇਂਜ ਕਰ ਸਕਦੇ। ਮੈਂ ਉਮੀਦ ਕਰਾਂਗਾ ਮੈਂ ਆਪਣੇ ਵੱਲੋਂ ਵੀ ਕਿ ਇਹ ਚੇਂਜ ਕਰ ਦੇਣ ਤੇ ਜ਼ਿਆਦਾ ਵਧੀਆ। ਇਹ ਬਹੁਤ ਘਾਤਕ, ਬਹੁਤ ਹਾਨੀਕਾਰਕ ਜਿਹੜੇ ਹੈਗੇ ਆ ਇਹ ਬੱਚੇ ਦੇ ਲਈ ਨਵੇਂ ਰੂਲ ਆਏ ਆ, ਉਹ ਕਿੱਦਾਂ ਹਾਨੀਕਾਰਕ ਹੈਗੇ ਆ। ਮੈਨੂੰ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋਗੇ, ਸ਼ੇਅਰ ਕਰੋਗੇ ਤਾਂ ਕਿ ਜਿਹੜੇ ਬੱਚੇ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਉਹਨਾਂ ਤੱਕ ਇਹ ਇਨਫੋਰਮੇਸ਼ਨ ਪਹੁੰਚਣੀ ਚਾਹੀਦੀ ਆ। ਕਿਉਂਕਿ ਮੇਰੇ ਤੁਹਾਨੂੰ ਸਮਝਾਉਣ ਦਾ ਤਰੀਕਾ ਹੋਰ ਹੈ ਤੇ ਹੋਰ ਜਿਹੜੇ ਕੰਸਲਟੈਂਟ ਹੈ ਉਹਨਾਂ ਦੇ ਲਈ ਇਹ ਓਪਰਚੁਨਿਟੀ ਹੈ। ਓਪਰਚੁਨਿਟੀ ਕਿੱਦਾਂ ਹੈਗੀ ਆ ਉਹਦੇ ਲਈ ਵੀ ਮੈਂ ਤੁਹਾਨੂੰ ਸਮਝਾਉਂਗਾ ਕਿ ਓਪਰਚੁਨਿਟੀ ਕਿੱਦਾਂ ਹੈਗੀ ਉਹਨਾਂ ਲਈ। ਦੋਸਤੋ, ਇੱਕ ਕੰਸਲਟੈਂਟ ਇਸ ਵੇਲੇ ਕਹਿ ਰਿਹਾ ਕਿ ਇਹ ਬਹੁਤ ਵਧੀਆ ਰੂਲ ਹੈ। ਕਾਰਨ ਕੀ ਹੈ ਕਿ ਉਹਨਾਂ ਨੇ ਕਹਿ ਦਿੱਤਾ ਕਿ ਪਹਿਲਾਂ ਬੱਚਾ ਐਡਮਿਸ਼ਨ ਲਏਗਾ, ਐਡਮਿਸ਼ਨ ਦਾ ਪ੍ਰੋਸੈਸ ਪੂਰਾ ਕਰੇਗਾ, ਆਪਣੇ ਫਾਈਨੈਂਸ਼ੀਅਲ ਡਾਕੂਮੈਂਟ ਪੂਰੇ ਕਰੇਗਾ ਤੇ ਆਪਣਾ ਫਾਈਲ ਜਦੋਂ ਲਾਏਗਾ ਤੇ ਅਸੀਂ ਉਹਨੂੰ ਪਹਿਲੇ ਸਟੇਜ ਤੇ ਇਨ ਪ੍ਰਿੰਸੀਪਲ ਅਪਰੂਵਲ ਦੇਵਾਂਗੇ। ਉਹਦਾ ਕੀ ਮਤਲਬ ਹੈਗਾ ਕਿ ਉਹਨਾਂ ਨੇ ਇਹ ਦੇਖਿਆ ਕਿ ਬੱਚੇ ਦੇ ਐਡਮਿਸ਼ਨ ਕ੍ਰਾਈਟੇਰੀਆ ਪੂਰਾ ਹੋ ਗਿਆ। ਬੱਚੇ ਦੇ ਐਡਮਿਸ਼ਨ ਕ੍ਰਾਈਟੇਰੀਆ ਪੂਰਾ ਹੋਣ ਦੇ ਨਾਲ ਉਹਨਾਂ ਦੇ ਉਹਨੂੰ ਵੀਜ਼ਾ, ਇੱਕ ਇਨੀਸ਼ੀਅਲ ਵੀਜ਼ਾ ਜਿਹਨੂੰ ਕਹਿੰਦੇ ਆ, ਉਹਦਾ ਵੀਜ਼ਾ ਨਹੀਂ ਆ, ਬੱਚਾ ਟਰੈਵਲ ਨਹੀਂ ਕਰ ਸਕਦਾ। ਉਹਨਾਂ ਨੇ ਰਿਕਾਰਡ ਦੇ ਵਿੱਚ ਇੱਕ ਅਪਰੂਵਲ ਦੇ ਦਿੱਤੀ ਕਿ ਠੀਕ ਹੈ ਜੀ, ਬੱਚੇ ਨੂੰ ਅਸੀਂ ਇਨੀਸ਼ੀਅਲ ਅਪਰੂਵਲ ਦੇ ਦਿੱਤੀ ਹੈ। ਹੁਣ ਨਾਰਮਲ ਉਸ ਤੋਂ ਬਾਅਦ ਚੋਂ ਮੈਂ ਤੁਹਾਨੂੰ ਦੱਸਦਾ ਸੈਕਿੰਡ ਸਟੇਜ ਤੇ ਉਸ ਇਨੀਸ਼ੀਅਲ ਅਪਰੂਵਲ ਤੋਂ ਬਾਅਦ ਚੋਂ ਉਹ ਕਹਿੰਦੇ ਕਿ ਬੱਚਾ ਆਨਲਾਈਨ ਕਲਾਸਿਸ ਇੱਥੇ ਲਗਾ ਸਕਦਾ। ਇਨੀਸ਼ੀਅਲ ਅਪਰੂਵਲ ਦੇਣ ਦਾ ਕਾਰਨ ਕੀ ਆ ਕਿ ਬੱਚਾ ਹਲੇ ਪ੍ਰਿਪੇਅਰ ਨਹੀਂ ਸੀਗਾ ਫਾਈਲ ਲਗਾਉਣ ਦੇ ਲਈ, ਫਾਈਲ ਉਹਦੀ ਪ੍ਰਿਪੇਅਰ ਨਹੀਂ ਸੀ, ਮੈਡੀਕਲ ਨਹੀਂ ਸੀ ਹੋ ਰਿਹਾ, ਬਾਇਓਮੈਟ੍ਰਿਕ ਨਹੀਂ ਸੀ ਹੋ ਰਹੇ ਤੇ ਉਹਦੇ ਲਈ ਵੇਟ ਕਰਨ ਦੀ ਲੋੜ ਨਹੀਂ ਹੈਗੀ। ਜਾਂ ਉਹਦੇ IELTS ਦੇ ਸਕੋਰ ਪੈਂਡਿੰਗ ਸੀਗੇ ਜਾਂ IELTS ਨਹੀਂ ਕਰ ਪਾ ਰਿਹਾ ਸੀਗਾ ਜਾਂ ਉਹਦੀ ਕੋਈ ਵੀ ਚੀਜ਼ਾਂ, ਕੋਈ ਸਰਟੀਫਿਕੇਟ ਨਹੀਂ ਆਏ। CBSE ਦੇ ਜਿਹੜੇ ਬੱਚੇ ਹੈਗੇ ਆ ਉਹ ਸਰਟੀਫਿਕੇਟਸ ਨਹੀਂ ਆਏ ਉਹਨਾਂ ਦੇ। ਇਸ ਤਰ੍ਹਾਂ ਦਾ ਕੋਈ ਵੀ ਚੀਜ਼ਾਂ ਨੂੰ ਲੈ ਕੇ ਤੁਸੀਂ ਕੰਡੀਸ਼ਨਲ ਆਫਰ ਲੈਟਰ ਲੈ ਲਈ ਆ ਜਾਂ ਉਹਦੀ ਤੁਹਾਨੂੰ ਅਨਕੰਡੀਸ਼ਨਲ ਆਫਰ ਲੈਟਰ ਵੀ ਅਗਰ ਕਈ ਕਾਲਜਾਂ ਦੇ ਹੁਣ ਇਸ ਤੋਂ ਬਾਅਦ ਚੋਂ ਰੂਲ ਆਣੇ ਕਾਲਜਾਂ ਦੇ, ਮੈਂ ਤੁਹਾਨੂੰ ਸਾਫ਼ ਕਹਿ ਦਿੰਦਾ ਮੇਰੇ ਕੋਲ ਕਈ ਕਾਲਜਸ ਨਾਲ ਗੱਲ ਹੋ ਚੁੱਕੀ ਆ। ਕਈ ਕਾਲਜਸ ਨੇ ਇਸ ਚੀਜ਼ ਦੇ ਉੱਤੇ ਅਪਡੇਟ ਵੀ ਕਰ ਦਿੱਤਾ ਕਿ ਉਹ ਕੀ ਸੋਚਦੇ ਪਏ ਆ, ਉਹਦੇ ਬਾਰੇ ਵੀ ਗੱਲ ਕਰਦਾ। ਇਹਦੇ ਵਿੱਚ ਉਹਨਾਂ ਨੇ ਇੱਕ ਚੀਜ਼ ਕਹੀ ਹੈਗੀ ਆ ਕਿ ਜਿਹੜੇ ਬੱਚੇ ਅਗਰ ਕਾਲਜ ਦੀ ਕ੍ਰਾਈਟੇਰੀਆ ਪੂਰਾ ਕਰਦੇ ਪਏ ਆ ਅਸੀਂ ਉਹਨੂੰ ਅਪਰੂਵਲ ਇਨ ਪ੍ਰਿੰਸੀਪਲ ਦੇ ਦਾਂਗੇ। ਉਹ ਅਪਰੂਵਲ ਇਨ ਪ੍ਰਿੰਸੀਪਲ ਤੋਂ ਬਾਅਦ 'ਚੋਂ ਆਪਣੀ ਕਲਾਸ ਆਨਲਾਈਨ ਸਟਾਰਟ ਕਰ ਦੇਗਾ। ਪਹਿਲਾਂ ਤਾਂ ਇਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਸਪਟੈਂਬਰ ਇਨਟੇਕ ਕਿਸੇ ਬੱਚੇ ਦੇ ਇੱਥੋਂ ਫਲਾਈ ਕਰਨ ਦੀ ਮਤਲਬ ਪੋਸੀਬਿਲਿਟੀ ਨਹੀਂ ਹੋਣੀ।
ਸਪਟੈਂਬਰ ਇਨਟੇਕ ਜਿਹੜੇ ਬੱਚਿਆਂ ਨੇ ਹੁਣ ਆਫਰਾਂ ਲੈ ਲਈਆਂ, ਜਿਨ੍ਹਾਂ ਨੇ ਫੀਸਾਂ ਟ੍ਰਾਂਸਫਰ ਕਰ ਦਿੱਤੀਆਂ, ਉਹਨਾਂ ਦੇ ਕੋਲ ਆਪਸ਼ਨ ਕੀ ਹੈਗੀ ਆ, ਉਹਦੇ ਵਿੱਚ ਵੀ ਮੈਂ ਤੁਹਾਨੂੰ 2 ਵਾਰੀ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਇਸ ਚੀਜ਼ ਨੂੰ। ਬਾਕੀ ਪ੍ਰੋਸੈਸ ਕਿਸ ਤਰ੍ਹਾਂ ਤਰੀਕੇ ਨਾਲ ਚਲਾਉਣਾ ਤੁਸੀਂ, ਉਹ ਤੁਹਾਡੀ ਮਰਜ਼ੀ ਆ। ਤੇ ਇਹਦੇ ਵਿੱਚ ਇਹ ਵੀ ਦੱਸਾਂਗਾ ਕਿ ਕੰਸਲਟੈਂਟ ਇਹਦੇ ਵਿੱਚ ਫਾਇਦਾ ਕਿੱਦਾਂ ਚੱਕਣਗੇ ਤੁਹਾਡਾ। ਇਹਦੇ ਵਿੱਚ ਤੁਸੀਂ ਤੁਹਾਡਾ ਨਜਾਇਜ਼ ਫਾਇਦਾ ਕੰਸਲਟੈਂਟ ਵੱਲੋਂ ਕਿੱਦਾਂ ਚੱਕਿਆ ਜਾਏਗਾ, ਉਹਦੇ ਬਾਰੇ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਪਹਿਲਾਂ ਤੇ ਉਹਨਾਂ ਨੇ ਇਹ ਰੂਲ ਚੇਂਜ ਕਰ ਦਿੱਤਾ ਕਿ ਤੁਸੀਂ ਅਗਰ ਐਡਮਿਸ਼ਨ ਲੈ ਲਈ ਹੈ, ਆਪਣੀ ਫਾਈਲ ਤੁਹਾਡੀ ਪੂਰੀ ਹੈ, ਮਤਲਬ ਕੁਝ ਡਾਕੂਮੈਂਟੇਸ਼ਨ ਪੈਂਡਿੰਗ ਹੈ, ਚਾਹੇ ਉਹ ਬਾਇਓਮੈਟ੍ਰਿਕ ਹੈ, ਚਾਹੇ ਆਇਲਸ ਹੈ, ਵਾਟਐਵਰ ਕੁਝ ਵੀ ਹੈ, ਤੁਸੀਂ ਅਪਰੂਵਲ ਇਨ ਪ੍ਰਿੰਸੀਪਲ ਲੈ ਕੇ ਆਨਲਾਈਨ ਕਲਾਸ ਸਟਾਰਟ ਕਰ ਸਕਦੇ ਹੋ। ਆਨਲਾਈਨ ਕਲਾਸ ਸਟਾਰਟ ਕਰਨ ਤੋਂ ਤੁਹਾਡਾ ਜਿਹੜਾ ਹੈਗਾ 2 ਸਾਲ ਦਾ ਸਟੱਡੀਜ਼ ਹੈ, ਉਹਦੇ ਵਿੱਚੋਂ ਹਾਫ ਸਟੱਡੀ ਮਤਲਬ 1 ਸਾਲ ਤੱਕ ਦੀ ਸਟੱਡੀ ਆਨਲਾਈਨ ਤੁਸੀਂ ਕਰ ਸਕਦੇ ਹੋ। ਤੁਹਾਨੂੰ 1 ਸਾਲ ਦੀ ਸਟੱਡੀ ਆਫਲਾਈਨ ਉੱਥੇ ਕੈਨੇਡਾ ਜਾ ਕੇ ਕਰਨੀ ਪਏਗੀ ਅਗਲਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਦੇ ਲਈ, ਕਿਉਂਕਿ ਨਾਰਮਲ ਜਿੰਨੇ ਬੱਚੇ ਇੱਥੋਂ ਜਾਂਦੇ ਆ ਉਹ ਬੱਚੇ ਦਾ ਮੇਨ ਰੀਜ਼ਨ ਜਿਹੜਾ ਮੈਂ ਕੱਲ ਵੀ ਦੱਸਿਆ ਸੀ ਕਿ 90% ਤੋਂ ਜ਼ਿਆਦਾ ਬੱਚੇ ਉੱਥੇ ਜਾ ਕੇ ਸੈਟਲ ਹੋਣ ਲਈ ਜਾਂਦੇ ਆ। ਪੜ੍ਹਾਈ ਦਾ ਰੀਜ਼ਨ ਸਿਰਫ 10% ਬੱਚਿਆਂ ਦਾ ਹੁੰਦਾ। ਉਹ ਜਿਹੜੇ 90% ਬੱਚਿਆਂ ਦੇ ਲਈ ਇਹ ਬਹੁਤ ਹਾਨੀਕਾਰਕ ਹੈ, ਕਿਉਂਕਿ ਉਹਨਾਂ ਦੇ ਲਈ ਉਹਨਾਂ ਨੇ ਫੀਸਾਂ ਦੇ ਦਿੱਤੀਆਂ, ਉਹਨਾਂ ਨੇ ਸਭ ਕੁਝ ਦੇ ਦਿੱਤੇ, ਤੇ ਉਹਨਾਂ ਦੀ ਫਾਈਲ ਜਦੋਂ ਕੰਸਲਟੈਂਟ ਨੇ ਲਗਾਤੀ ਤੇ ਉਹਦੇ ਕੋਲ ਪਹਿਲਾਂ ਤੇ ਕੰਸਲਟੈਂਟ ਨੇ ਕਹਿਣਾ ਠੀਕ ਹੈ ਜੀ ਮੈਂ ਤੇਰਾ ਇੱਕ ਵੀਜ਼ਾ ਲਵਾਤਾ, ਤੂੰ ਮੇਰੇ ਪੈਸੇ ਦੇ ਦੇ। ਉਹ ਪੈਸੇ ਉਹਨਾਂ ਨੇ ਚਾਰਜ ਕਰ ਲੈਣੇ ਆ। ਬੱਚੇ ਨੇ ਫੀਸਾਂ ਦਿੱਤੀਆਂ ਹੋਈਆਂ ਤੇ ਬੱਚੇ ਕੋਲ ਆਨਲਾਈਨ ਆਇਲਸ ਕਲਾਸ ਲਗਾਉਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਣਾ। ਬੱਚੇ ਨੂੰ ਆਨਲਾਈਨ ਕਲਾਸ ਲਗਾਉਣੀ ਹੀ ਪੈਣੀ ਹੈ। ਹੁਣ ਬੱਚਾ ਜਦੋਂ ਆਨਲਾਈਨ ਕਲਾਸ ਲਗਾਏਗਾ ਤੇ ਉਹਦੇ ਵਿੱਚ ਉਹਦਾ ਨੈਕਸਟ ਜਦੋਂ ਉਹਨੇ ਫਾਈਲ ਫੇਰ ਸਬਮਿਟ ਕਰਨੀ ਆ, ਉਹਦੇ ਡਾਕੂਮੈਂਟੇਸ਼ਨ ਪੂਰੇ ਹੋ ਗਏ। ਅੱਜ ਤੋਂ 2 ਮਹੀਨੇ ਬਾਅਦ ਬਾਇਓਮੈਟ੍ਰਿਕ ਸਟਾਰਟ ਹੋ ਗਈਆਂ। ਬਾਇਓਮੈਟ੍ਰਿਕ ਦੇ ਨਾਲ ਉਹਨੇ ਫਾਈਲ ਲੌਜ ਕਰਨ ਦੇ ਲਈ ਜਦੋਂ ਲਗਾਈ ਤਾਂ ਉਹਦੇ ਨਾਲ ਟਰੈਕ ਲੱਗੇਗਾ, ਕਾਲਜ ਦੀ ਲੈਟਰ ਲੱਗੇਗੀ ਕਿ ਹਾਂ ਬੱਚੇ ਨੇ 3 ਮਹੀਨੇ 4 ਮਹੀਨੇ ਦੇ ਵਿੱਚੋਂ ਕਿੰਨੀ ਅਟੈਂਡੈਂਸ ਰਹੀ ਹੈ, ਉਹਨੇ ਕਿੰਨੇ ਐਗਜ਼ਾਮ ਦਿੱਤੇ ਆ, ਕਿੰਨੇ ਐਗਜ਼ਾਮ ਪਾਸ ਹੋਏ ਆ, ਉਹਦਾ ਕ੍ਰੈਡਿਟ ਰਿਕਾਰਡ ਨਾਲ ਲੱਗੇਗਾ। ਫਿਰ ਉਹਨੂੰ ਮੇਜਰਲੀ ਅਪਰੂਵਲ ਉਹਨੂੰ ਮਿਲਣੀ ਆ ਨੈਕਸਟ ਜਿਹੜੀ ਹੈ। ਹੁਣ ਉਹਦੇ ਵਿੱਚ ਨੈਕਸਟ ਜਿਹੜੀ ਅਪਰੂਵਲ ਹੈ, ਅਗਰ ਉਹ ਬਾਈ ਚਾਂਸ ਉਹਦੇ ਡਾਕੂਮੈਂਟੇਸ਼ਨ ਉਦੋਂ ਪੂਰੇ ਨਹੀਂ ਹੋਏ ਔਰ ਵੀਜ਼ਾ ਰਿਫਿਊਜ਼ ਹੋ ਗਿਆ ਉਹਦਾ, ਤੇ ਇਹਦੇ ਵਿੱਚ ਹੱਲੇ ਕਾਲਜ ਦੀ ਕੋਈ ਕੰਡੀਸ਼ਨ ਨਹੀਂ ਹੈਗੀ ਕਿ ਉਹ ਰਿਫੰਡ ਕਿੰਨਾ ਦੇਗਾ, ਕਿ ਅੰਬੈਸੀ ਫੀਸ ਹੈ। ਬੱਚੇ ਦਾ ਬਹੁਤ ਲਾਸ ਹੋਣ ਦੇ ਚਾਂਸਸ ਹੈਗੇ ਆ। ਇਹ ਇੱਕ ਬਹੁਤ ਘਟੀਆ ਮੇਰੇ ਹਿਸਾਬ ਦੇ ਨਾਲ ਪ੍ਰੋਸੈਸ ਆਇਆ ਹੈਗਾ। ਮੈਂ ਇਸ ਪ੍ਰੋਸੈਸ ਦੇ ਨਾਲ ਸਹਿਮਤ ਨਹੀਂ ਹੈ। ਹੁਣ ਬੱਚੇ ਨੂੰ ਕੀ ਕਰਨਾ ਚਾਹੀਦਾ, ਬੱਚੇ ਦਾ ਬਚਾਅ ਕਿੱਦਾਂ ਹੈਗਾ, ਜਿਨ੍ਹਾਂ ਨੇ ਫੀਸਾਂ ਪੇ ਕਰ ਚੁੱਕੇ ਆ, ਜਿਨ੍ਹਾਂ ਦਾ ਸਾਰਾ ਕੁਝ ਕਰ ਚੁੱਕੇ ਆ। ਮੇਰੇ ਅਕੋਰਡਿੰਗਲੀ ਉਹਨਾਂ ਨੂੰ ਨਵੇਂ ਰੂਲ ਇਸ ਤੋਂ ਬਾਅਦ ਚੋਂ ਹੋ ਸਕਦਾ ਮਹੀਨੇ ਤੱਕ, ਹੋ ਸਕਦਾ 2 ਮਹੀਨੇ ਤੱਕ, ਸਪਟੈਂਬਰ ਤੇ ਨਹੀਂ ਲੱਗਣਾ। ਇਹ ਮੈਂ ਤੁਹਾਨੂੰ ਸਾਫ਼ ਕਰ ਦਿੰਦਾ, ਸਾਫ਼ ਸ਼ਬਦਾਂ 'ਚ ਸਪਟੈਂਬਰ ਇਨਟੇਕ ਜਿਹੜਾ ਕੈਨੇਡਾ ਦਾ ਉਹ ਪੋਸੀਬਲ ਨਹੀਂ ਹੈਗਾ। ਜਿਹੜੇ ਬੱਚੇ ਸਪਟੈਂਬਰ ਇਨਟੇਕ ਦਾ ਸੋਚ ਕੇ ਬੈਠੇ ਕਿ ਸ਼ਾਇਦ ਅਸੀਂ ਅਪਲਾਈ ਕਰ ਜਾਵਾਂਗੇ, ਉੱਥੇ ਜਾ ਕੇ ਪੜਾਂਗੇ, ਇਦਾਂ ਦਾ ਕੁਝ ਨਹੀਂ ਹੋਣਾ, ਕਿਉਂਕਿ 30 ਸਤੰਬਰ ਤੱਕ ਤੇ ਉਹਨਾਂ ਨੇ VFS ਦੇ ਵਿੱਚ ਕਹਿਤਾ ਕਿ ਅਸੀਂ ਬਾਇਓਮੈਟ੍ਰਿਕ ਨਹੀਂ ਕਰਨੇ। ਹੁਣ ਜਿਹੜੇ ਬੱਚੇ ਨੇ ਫੀਸਾਂ ਮੇਰੇ ਕੋਲ ਵੀ ਕੇਸਿਸ ਹੈਗੇ ਆ, ਜਿਹੜੇ ਬੱਚੇ ਫੀਸਾਂ ਟ੍ਰਾਂਸਫਰ ਕਰ ਚੁੱਕੇ ਆ, GIC ਵੀ ਟ੍ਰਾਂਸਫਰ ਕਰ ਚੁੱਕੇ ਆ, ਜਿਨ੍ਹਾਂ ਦਾ ਸਭ ਕੁਝ ਕੰਪਲੀਟ ਹੋ ਗਿਆ। ਹੁਣ ਉਹ ਬੱਚਿਆਂ ਦੇ ਲਈ ਆਪਸ਼ਨ ਹੈ ਕਿ ਉਹ ਆਨਲਾਈਨ ਫਾਈਲ ਨਾ ਲਗਾਉਣ। ਜੇ ਉਹ ਆਨਲਾਈਨ ਪੜ੍ਹਾਈ ਨਹੀਂ ਕਰਨਾ ਚਾਹੁੰਦੇ ਤਾਂ, ਜੇ ਬੱਚਾ ਰੈਡੀ ਹੈ ਕਿ ਮੈਂ ਠੀਕ ਹੈ ਆਨਲਾਈਨ ਪੜ੍ਹਾਈ ਕਰ ਲਾਂਗਾ, 6 ਈਚ ਬੈਂਡ ਵੀ ਲੈ ਲਾਂਗਾ, ਜਿਨ੍ਹਾਂ ਦੇ ਓਵਰਆਲ 6 ਸੀਗੇ, 1 ਜਾਂ 2 ਚੋਂ 5.5 ਸੀਗੇ, ਉਹਨਾਂ ਦੇ ਲਈ ਇਹ ਚੀਜ਼ ਬਹੁਤ ਹਾਨੀਕਾਰਕ ਹੈ, ਖਤਰਨਾਕ ਹੈ। ਜਿਹੜੇ ਬੱਚੇ ਡੂਲਿੰਗੋ ਕਰਕੇ ਬੈਠੇ ਸੀਗੇ, ਐਡਮਿਸ਼ਨਾਂ ਲੈ ਕੇ ਕਾਲਜ ਦੇ ਵਿੱਚ ਬੈਠੇ ਸੀਗੇ ਔਰ ਇਹ ਸੋਚਦੇ ਸੀ ਕਿ ਡੂਲਿੰਗੋ ਦੇ ਨਾਲ ਅਸੀਂ ਵੀਜ਼ਾ ਲੈ ਲਾਂਗੇ, ਉਹ ਬੰਦਿਆਂ ਦੇ ਲਈ ਵੀ ਇਹ ਚੀਜ਼ ਬਹੁਤ ਜ਼ਰੂਰੀ ਹੈਗੀ ਆ ਕਿ ਇਹ ਦੇ ਆਰ ਨਾਟ, ਉਹਨਾਂ ਦਾ ਵੀਜ਼ਾ ਆਉਣ ਦੇ ਚਾਂਸਸ ਨਹੀਂ ਹੈਗੇ, ਕਿਉਂਕਿ ਉਹਨਾਂ ਨੇ ਵਰਡ ਯੂਜ਼ ਕੀਤਾ ਐਡਮਿਸਿਬਿਲਿਟੀ। ਪਹਿਲਾਂ ਐਲੀਜੀਬਿਲਿਟੀ, ਫਸਟ ਸਟੇਜ ਐਲੀਜੀਬਿਲਿਟੀ ਬੇਸ ਹੋਏਗੀ ਕਿ ਤੁਸੀਂ ਕਾਲਜ ਦੀ ਐਲੀਜੀਬਿਲਿਟੀ ਪੂਰੀ ਕਰ ਲਈ ਹੈ, ਤੁਸੀਂ ਐਡਮਿਸ਼ਨ ਤੁਹਾਡੀ ਪੂਰੀ ਹੋ ਗਈ ਹੈ, ਕਾਲਜ ਨੇ ਅਨਕੰਡੀਸ਼ਨਲ ਆਫਰ ਲੈਟਰ ਦੇ ਦਿੱਤੀ ਹੈ, ਕਾਲਜ ਦੇ ਕੋਲੋਂ LOA ਲੈ ਲਈ ਤੁਸੀਂ ਫੀਸ ਪੇ ਕਰਨ ਤੋਂ ਬਾਅਦ ਚੋਂ, ਤੇ ਹੁਣ ਤੁਸੀਂ ਫਾਈਲ ਆਪਣੀ ਸਬਮਿਟ ਕਰ ਦਿਓ ਅਪਰੂਵਲ ਇਨ ਪ੍ਰਿੰਸੀਪਲ ਦੀ। ਅਪਰੂਵਲ ਇਨ ਪ੍ਰਿੰਸੀਪਲ ਸਾਰੇ ਬੱਚਿਆਂ ਨੂੰ ਆ ਜਾਏਗਾ, ਕਿਸੇ ਦਾ ਰਿਫਿਊਜ਼ ਨਹੀਂ ਹੋਏਗਾ। ਹੁਣ ਸੈਕੰਡ ਸਟੇਜ ਜਿਹੜੀ ਮੇਨ ਸਟੇਜ ਆ, ਜਿਹਦੇ ਵਿੱਚ ਮੇਨ ਵੀਜ਼ਾ ਅਪਰੂਵਲ ਆਣੀ ਹੈ, ਉਹਦੇ ਵਿੱਚ ਰਿਫਿਊਜ਼ਲ ਅੰਬੈਸੀ ਨੇ ਸਾਫ਼ ਕਹਿਤਾ। ਪਹਿਲੀ ਚੀਜ਼ ਆਪਣੀ ਤੁਸੀਂ ਐਲੀਜੀਬਿਲਿਟੀ ਤੁਹਾਡੀ ਫਿਰ ਦੁਬਾਰਾ ਚੈੱਕ ਹੋਏਗੀ, ਤੁਹਾਡੇ ਬਾਇਓਮੈਟ੍ਰਿਕ ਤੇ ਤੁਹਾਡੀ ਜਿਹੜੀ ਹੈਗੀ ਆ ਮੈਡੀਕਲ ਨਾਲ ਲੱਗਣਗੇ। ਫਿਰ ਐਡਮਿਸਿਬਿਲਿਟੀ ਵਰਡ ਉਹਨਾਂ ਨੇ ਯੂਜ਼ ਕੀਤਾ। ਐਡਮਿਸਿਬਿਲਿਟੀ ਵਰਡ ਹੁੰਦਾ ਕਿ ਤੁਹਾਡੀ ਫਾਈਲ ਸਬਮਿਟ ਕਰਨ ਦੇ ਤੁਹਾਡੇ ਕੋਲ ਪੂਰੇ ਡਾਕੂਮੈਂਟ ਹੋਣੇ ਚਾਹੀਦੇ ਆ, ਕੋਈ ਚੀਜ਼ ਕਮੀ ਨਹੀਂ ਹੋਣੀ ਚਾਹੀਦੀ। SGS ਦੇ ਹਿਸਾਬ ਦੇ ਨਾਲ 6 ਸੀਚ ਹੋਣੇ ਚਾਹੀਦੇ ਆ, SGS ਦੇ ਹਿਸਾਬ ਦੇ ਨਾਲ ਫੀਸ ਪੇ ਕੀਤੀ ਹੋਣੀ ਚਾਹੀਦੀ ਹੈ, ਤੁਹਾਡੀ GIC ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਚੋਂ ਕਾਲਜ ਦੀ ਕ੍ਰੈਡਿਟ ਰਿਪੋਰਟ ਨਾਲ ਲੱਗੇਗੀ, ਨਾਲ PCC ਲੱਗੇਗੀ। PCC ਇਨ ਬਿਟਵੀਨ ਤੁਹਾਡੇ ਤੇ ਕੋਈ ਪਰਚਾ, ਕੋਈ ਕੇਸ, ਤੁਹਾਡੇ ਤੇ ਕੋਈ ਕੰਪਲੇਂਟ, ਕੋਈ ਈਵਨ ਕਿ ਤੁਸੀਂ ਡਰਿੰਕ ਕਰਕੇ ਅਗਰ ਤੁਸੀਂ ਡਰਾਈਵਿੰਗ ਕਰਦੇ ਫੜੇ ਗਏ ਤੇ ਉਹ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ। ਹੁਣ ਇਹ ਤੋਂ ਬਾਅਦ ਚੋਂ ਉਹ ਬੱਚੇ ਜਿਹੜੇ ਆਨਲਾਈਨ ਕਲਾਸ ਲਗਾ ਸਕਦੇ ਆ, ਜਿਹੜੇ ਆਨਲਾਈਨ ਕਲਾਸ ਲਗਾਉਣਾ ਚਾਹੁੰਦੇ ਆ, ਉਹ ਇਸ ਪ੍ਰੋਸੈਸ ਨੂੰ ਜ਼ਰੂਰ ਫੋਲੋ ਕਰਨ। ਇਹਦੇ ਵਿੱਚ ਉਹਨਾਂ ਲਈ ਬੈਨੀਫਿਟ ਹੈਗਾ। ਜਿਹੜੇ ਆਨਲਾਈਨ ਕਲਾਸ ਨਹੀਂ ਲਗਾਉਣਾ ਚਾਹੁੰਦੇ ਉਹ ਵੇਟ ਕਰ ਲੈਣ ਅਗਲੇ ਰੂਲ ਚੇਂਜ ਹੋਣ ਦੇ ਲਈ।
ਹੁਣ ਮੈਂ ਗੱਲ ਕਰਦਾ ਇਹਦੇ ਵਿੱਚ ਕਿੱਦਾਂ ਉਹਨਾਂ ਦਾ ਨੁਕਸਾਨ ਕੀ ਹੋਏਗਾ। ਨੁਕਸਾਨ ਇਹ ਹੋਏਗਾ, ਕਾਲਜਸ ਨੇ ਹਾਲੇ ਤੱਕ ਕੋਈ ਅਨਾਉਂਸਮੈਂਟ ਨਹੀਂ ਕੀਤੀ ਕਿ ਅਸੀਂ ਫੀਸ ਰਿਫੰਡ ਕਰਾਂਗੇ ਕਿ ਨਹੀਂ ਕਰਾਂਗੇ ਜਿੰਨਾ ਕੋ ਪੜ੍ਹਾ ਚੁੱਕੇ ਹੋਣਗੇ। ਉਹਨਾਂ ਨੇ ਅਗਰ ਫੀਸ ਰਿਫੰਡ ਕਰਨੀ ਹੈ ਤੇ ਉਹਨਾਂ ਨੇ ਅਗਰ ਪੜ੍ਹਾਇਆ, ਉਹਨਾਂ ਨੇ 6 ਮਹੀਨੇ ਦਾ ਹੈਗਾ, ਇਹ 6 ਮਹੀਨੇ ਤੁਸੀਂ ਆਨਲਾਈਨ ਕਲਾਸ ਲਗਾ ਲਈ ਤੇ ਹੋ ਸਕਦਾ ਕਾਲਜ ਤੁਹਾਨੂੰ ਫੀਸ ਰਿਫੰਡ ਕਰਨ ਦੇ ਲਈ ਮਨਾ ਕਰ ਦੇਵੇ। ਫਿਰ ਮੈਂ ਇੱਕ ਚੀਜ਼ ਕਹੂੰਗਾ, ਇਹਦੇ ਵਿੱਚ ਕੰਸਲਟੈਂਟ ਆਪਣੀ ਫੀਸ ਲੈ ਚੁੱਕਾ ਹੋਏਗਾ, ਉਹਨੇ ਤੁਹਾਡਾ ਫੀਸ ਰਿਫੰਡ ਕਰਨ ਨੂੰ ਮਨਾ ਕਰ ਦੇਣਾ। ਇਹਦੇ ਵਿੱਚ ਇੱਕ ਚੀਜ਼ ਧਿਆਨ 'ਚ ਰੱਖੋ, ਜਿਹੜਾ ਕੰਸਲਟੈਂਟ ਹੁਣ ਹਰਨੀਤ ਓਵਰਸੀਜ਼ ਪਾਥਵੇ ਐਜੂਕੇਸ਼ਨ ਹੈ, ਹਰਦੀਪ ਸਿੰਘ ਹੈ, ਮੈਂ ਸਭ ਤੋਂ ਪਹਿਲਾਂ ਧਿਆਨ ਰੱਖਾਂਗਾ ਤੁਹਾਡੀ ਫਾਈਲ ਲਗਾਉਣ ਦੇ ਲਈ ਤੁਹਾਡੀ ਪੂਰੀ ਐਜੂਕੇਸ਼ਨ, ਤੁਹਾਡਾ ਕਰੀਅਰ ਖਰਾਬ ਨਾ ਹੋਵੇ, ਤੁਹਾਡੇ ਪੈਸੇ ਖਰਾਬ ਨਾ ਹੋਣ। ਹਰ ਚੀਜ਼ ਦਾ ਮੇਰੀ ਆਪਣੀ ਨੌਲੇਜ ਦੇ ਹਿਸਾਬ ਦੇ ਨਾਲ 15 ਸਾਲ ਤੋਂ ਇਸ ਫੀਲਡ ਦੇ ਵਿੱਚ ਹੈਗਾ, ਆਪਣੀ ਬੈਸਟ ਨੌਲੇਜ ਦੇ ਹਿਸਾਬ ਦੇ ਨਾਲ ਤੁਹਾਡਾ ਕੇਸ ਪ੍ਰੋਸੈਸ ਕਰਾਂਗਾ। ਉਹਦੇ ਵਿੱਚ ਕਾਲਜਸ ਦੇ ਨਾਲ ਨੈਗੋਸੀਏਸ਼ਨ ਕਰਾਂਗਾ ਕਿ ਕਾਲਜਸ ਕੋਈ ਡਿਸਕਾਊਂਟ ਦੇਣ, ਕਾਲਜਸ ਸਾਡੇ ਨਾਲ ਇਹ ਕਮਿਟਮੈਂਟ ਕਰਨ ਕਿ ਇਨ ਕੇਸ ਵੀਜ਼ਾ ਰਿਫਿਊਜ਼ ਹੁੰਦਾ ਇਨ ਸੈਕੰਡ ਸਟੇਜ ਦੇ ਵਿੱਚ ਜਾ ਕੇ ਤੇ ਕਾਲਜ ਸਾਨੂੰ ਕਿੰਨੀ 100% ਰਿਫੰਡ ਦੇਗਾ। ਦੂਸਰੀ ਗੱਲ ਕਿ ਕਾਲਜ ਸਾਨੂੰ, ਕਿਉਂਕਿ ਜਿੰਨੀ ਦੇਰ ਅਸੀਂ ਆਨਲਾਈਨ ਕਲਾਸ ਲਗਾਉਂਦੇ ਆ ਉਹਦੇ ਵਿੱਚ ਸਾਨੂੰ ਮੈਕਸਿਮਮ ਡਿਸਕਾਊਂਟ ਚਾਹੀਦਾ। ਮੈਕਸਿਮਮ ਡਿਸਕਾਊਂਟ ਦੇ ਵਿੱਚ ਕਾਲਜ ਦਾ ਫਾਇਦਾ ਹੋਣਾ ਚਾਹੀਦਾ, ਬਿਕੋਜ਼ ਅਗਰ ਕਾਲਜ ਬੱਚੇ ਦਾ ਫਾਇਦਾ ਹੋਣਾ ਚਾਹੀਦਾ। ਅਗਰ ਕਾਲਜ ਬੱਚੇ ਨੂੰ ਫਾਇਦਾ ਨਹੀਂ ਦੇ ਰਿਹਾ ਤੇ ਇਹਦੇ ਵਿੱਚ ਵੀ ਬੱਚੇ ਦਾ ਨੁਕਸਾਨ ਹੈਗਾ। ਸੈਕਿੰਡ ਸਟੇਜ ਦੇ ਵਿੱਚ ਅਗਰ ਉਹ ਫਾਈਲ, ਨਵੇਂ ਰੂਲ ਆਉਂਦੇ ਆ ਤੇ ਨਵੇਂ ਰੂਲ ਦੇ ਹਿਸਾਬ ਦੇ ਨਾਲ ਫਾਈਲ ਲਗਾਉਣੀ ਚਾਹੀਦੀ ਹੈ। ਬੱਚੇ ਆਇਲਸ ਦੇ ਲਈ ਰੈਡੀ ਹੋ ਜਾਣ। ਆਇਲਸ ਦਾ ਕਲਾਸ ਅੱਜ ਫਸਟ ਆਇਲਸ ਦਾ ਐਗਜ਼ਾਮ ਸਟਾਰਟ ਹੋ ਚੁੱਕਾ ਹੈਗਾ, ਜਲੰਧਰ 'ਚ ਸਟਾਰਟ ਹੋ ਰਿਹਾ, IDP ਦਾ ਸਟਾਰਟ ਹੋ ਗਿਆ। IDP ਨੇ 2 ਸਟੇਜ ਤੇ ਪਹਿਲਾਂ 50 ਬੱਚਿਆਂ ਦਾ ਉਹਨਾਂ ਨੇ ਸਿਸਟਮ ਕੀਤਾ ਸੀ, ਜਦੋਂ ਪੰਜਾਬ ਸਰਕਾਰ ਨੇ ਕਹਿਤਾ ਕਿ 30 ਬੱਚੇ ਬੈਠਣਗੇ, ਉਹਨਾਂ ਨੇ ਅੱਜ ਦੇ ਐਗਜ਼ਾਮ ਨੂੰ 2 ਹਿੱਸਿਆਂ 'ਚ ਵੰਡ ਦਿੱਤਾ, ਇੱਕ ਸਵੇਰੇ ਇੱਕ ਸ਼ਾਮੀ। ਸੋ ਜਿਹੜੇ ਬੱਚੇ ਆਇਲਸ ਦਾ ਐਗਜ਼ਾਮ ਵੇਟ ਕਰ ਰਹੇ ਸੀ ਉਹਨਾਂ ਲਈ ਇਹ ਨਿਊਜ਼ ਹੈਗੀ ਕਿ ਆਇਲਸ ਸਟਾਰਟ ਹੋ ਰਿਹਾ। ਹੁਣ ਗੱਲ ਕਰਦੇ ਹਾਂ ਕਿ ਇਨਟੇਕ ਕਦੋਂ ਆ, ਆਫਰ ਲੈਟਰ ਹੈ, ਫਿਰ ਫਲਾਈਟਾਂ ਦਾ ਕੀ ਸੀਨ ਹੈ। ਫਲਾਈਟਸ ਵੀ ਇਹਨਾਂ ਨੇ ਕਹਿ ਦਿੱਤੀਆਂ 4 ਮੁਲਕਾਂ ਦੇ ਨਾਲ, ਜਰਮਨੀ ਹੈ ਉਹਦੇ ਵਿੱਚ ਇਨਕਲੂਡਡ ਹੈ। ਮੈਂ ਤਾਂ ਕਹਿ ਰਿਹਾ ਕਿ ਮੈਂ ਅਗਲਾ ਤੁਹਾਡੇ ਨਾਲ ਇਨਫੋਰਮੇਸ਼ਨ ਜਰਮਨੀ ਦੀ ਸ਼ੇਅਰ ਕਰਨ ਜਾ ਰਿਹਾ। ਜਰਮਨੀ ਉਹ 'ਚ ਇਨਕਲੂਡਡ ਹੈ। ਜਰਮਨੀ ਦੀਆਂ ਫਲਾਈਟਾਂ ਬੜੀ ਜਲਦੀ ਸਟਾਰਟ ਹੋਣ ਵਾਲੀਆਂ ਹੈਗੀਆਂ। ਈਵਨ ਉਹਦੇ ਵਿੱਚ UK ਨਹੀਂ ਹੈਗਾ, ਦੇ ਆਰ ਰੈਡੀ। US ਹੈਗਾ, ਕੈਨੇਡਾ ਹੈਗਾ, ਜਰਮਨੀ ਹੈਗਾ, ਇਹਦੇ ਵਿੱਚ ਉਹ ਤਿਆਰ। ਦੁਬਈ ਸ਼ੁਰੂ ਹੋ ਚੁੱਕੀਆਂ ਫਲਾਈਟਸ, ਇਹਦੇ ਵਿੱਚ ਉਹ ਰੈਡੀ ਹੋ ਰਹੇ ਆ ਕਿ ਅਸੀਂ ਉੱਥੇ ਦੀਆਂ ਕੰਟਰੀ, ਕਿਉਂਕਿ ਇੱਥੋਂ ਫਲਾਈਟ ਸਟਾਰਟ ਕਰਨੀ ਇਹਨਾਂ ਦੇ ਪੋਸੀਬਲ ਨਹੀਂ ਹੈ, ਦੂਸਰੀ ਕੰਟਰੀ ਫਲਾਈਟ ਨੂੰ ਅਸੈਪਟ ਵੀ ਕਰੇ। ਹੁਣ ਇਹਨਾਂ ਨਾਲ ਗੱਲ ਹੋ ਰਹੀ ਕਿ ਇਹਨਾਂ ਉਸ ਕੰਟਰੀ ਦੀਆਂ ਫਲਾਈਟਾਂ ਇਹ ਵੀ ਅਸੈਪਟ ਕਰਨਗੇ, ਫਿਰ ਤਾਂ ਹੀ ਦੋਨੋਂ ਪਾਸੇ ਆਵਾਜਾਈ ਸ਼ੁਰੂ ਹੋਏਗੀ। ਸੋ ਇਹ ਇਸ ਤਰੀਕੇ ਨਾਲ ਹੁਣ ਭਾਰਤ ਸਰਕਾਰ ਚੱਲਦੀ ਪਈ ਹੈ ਕਿ ਇਸ ਜੁਲਾਈ ਦੇ ਵਿੱਚ ਕੁਝ ਕੰਟਰੀਆਂ ਦੀਆਂ ਤੁਹਾਨੂੰ ਜਿਹੜੀਆਂ ਫਲਾਈਟਾਂ ਹੈਗੀਆਂ ਰੈਗੂਲਰ ਹੋ ਜਾਣਗੀਆਂ। ਡੋਮੈਸਟਿਕ ਫਲਾਈਟਸ ਤਾਂ ਇਹਨਾਂ ਨੇ ਕਹਿ ਹੀ ਦਿੱਤਾ ਕਿ ਅਗਲੇ ਹਫਤੇ 10 ਦਿਨ ਦੇ ਵਿੱਚ ਡੋਮੈਸਟਿਕ ਫਲਾਈਟ ਜਿਹੜੀਆਂ ਆਪਾਂ ਚੰਡੀਗੜ੍ਹ ਤੋਂ ਦਿੱਲੀ, ਚੰਡੀਗੜ੍ਹ ਤੋਂ ਮਹਾਰਾਸ਼ਟਰ, ਚੰਡੀਗੜ੍ਹ ਤੋਂ ਹੈਦਰਾਬਾਦ ਜਿਹੜੀਆਂ ਫਲਾਈਟਾਂ ਚੱਲਦੀਆਂ ਜਾਂ ਦਿੱਲੀ ਗੋਆ ਦੇ ਵਿੱਚ ਜਿਹੜੀਆਂ ਫਲਾਈਟਾਂ ਚੱਲਦੀਆਂ ਸੀ, ਡੋਮੈਸਟਿਕ ਫਲਾਈਟਾਂ ਰੈਗੂਲਰ ਹੋ ਜਾਣਗੀਆਂ। ਨਾਓ ਹੁਣ ਗੱਲ ਕਰਦੇ ਪਏ ਹਾਂ ਕਿ VFS ਬਾਇਓਮੈਟ੍ਰਿਕ ਜਿਹੜੇ US ਦੇ UK ਦੇ VFS ਹੈਗੇ ਉਹ ਸਟਾਰਟ ਹੋ ਚੁੱਕੇ, ਵਿਦ ਬਾਇਓਮੈਟ੍ਰਿਕ ਸਟਾਰਟ ਹੋ ਚੁੱਕੇ ਆ। ਹੁਣ ਦੇਖੋ ਕੰਪਨੀ ਜਿਹੜੀ VFS ਹੈਗੀ ਹੈ ਉਹ ਸੇਮ ਹੈ, ਉਹੀ ਕੈਨੇਡਾ ਦੇ ਲਈ ਹੈ, ਉਹੀ UK ਲਈ ਹੈ, ਉਹੀ ਜਰਮਨੀ ਦੇ ਲਈ ਹੈ। ਅਗਰ VFS ਕੰਮ ਕਰਨਾ ਸਟਾਰਟ ਕਰ ਸਕਦੀ ਹੈ UK ਦੇ ਲਈ ਤੇ ਉਹ ਕੈਨੇਡਾ ਦੇ ਵੀ ਕੰਮ ਸਟਾਰਟ ਕਰ ਸਕਦੀ ਹੈ। ਤਾਂ ਪਰ ਕੈਨੇਡਾ ਦੀ ਗਵਰਨਮੈਂਟ ਨੇ ਹਾਲੇ ਉਹਨਾਂ ਨੂੰ ਅਲਾਉ ਨਹੀਂ ਕੀਤਾ ਕਿ ਤੁਸੀਂ ਸਾਡੇ ਲਈ ਬਾਇਓਮੈਟ੍ਰਿਕ ਸਟਾਰਟ ਕਰੋ। ਸੋ ਨਾਓ ਹੁਣ ਗੱਲ ਕਰਦੇ ਹਾਂ ਜਰਮਨੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਤਾਕਤ ਹੈਗੀ ਆ। ਜਰਮਨੀ ਦੇ ਵਿੱਚ ਸਭ ਤੋਂ ਜ਼ਿਆਦਾ ਪਰ ਕੈਪੀਟਲ ਦੇ ਵਿੱਚ ਹਿਸਾਬ ਦੇ ਨਾਲ ਦੇਖਦੇ ਹਾਂ, ਇਕਨੋਮੀ ਦੇ ਹਿਸਾਬ ਨਾਲ ਦੇਖਦੇ ਹਾਂ ਤਾਂ ਤੀਸਰੀ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਜਰਮਨੀ। ਦੁਨੀਆ ਦੇ ਵਿੱਚ ਜਿਹੜੀ ਬੁਲੇਟ ਟ੍ਰੇਨ ਲੈ ਕੇ ਆਉਣ ਦੇ ਲਈ ਸਭ ਤੋਂ ਪਹਿਲਾਂ ਜਰਮਨੀ ਹੈ, ਜਾਪਾਨ ਹੈ, ਇਹ 2 ਕੰਟਰੀਜ਼ ਮੋਹਰੇ ਸੀਗੀਆਂ। ਉਸ ਤੋਂ ਬਾਅਦ 'ਚ ਚਾਈਨਾ ਨੇ ਜ਼ਰੂਰ ਅੱਗੇ ਆ ਕੇ, ਚਾਈਨਾ ਨੇ ਹਰ ਚੀਜ਼ ਦੇ ਵਿੱਚ ਸਾਨੂੰ ਪਿੱਛੇ ਕਰ ਦਿੱਤਾ, ਹਰ ਇੱਕ ਕੰਟਰੀ ਨੂੰ। ਜਰਮਨੀ ਦੇ ਵਿੱਚ ਫ੍ਰੀ ਐਜੂਕੇਸ਼ਨ ਆ ਦੋਸਤੋ, ਬਿਲਕੁਲ ਤੁਸੀਂ ਸਹੀ ਸੁਣਦੇ ਪਏ ਆ। ਬੈਚਲਰ ਕਰਨੀ ਆ ਫ੍ਰੀ ਆ, ਮਾਸਟਰ ਕਰਨੀ ਆ ਫ੍ਰੀ ਆ। ਉਹ ਫ੍ਰੀ ਕਿਸ ਤਰ੍ਹਾਂ ਕਰ ਸਕਦੇ ਤੁਸੀਂ? ਇਹਦੇ ਵਿੱਚ ਐਲੀਜੀਬਿਲਟੀ ਕੀ ਹੈ? ਪਹਿਲੀ ਗੱਲ ਤੁਹਾਡੀ 10+2 ਆ, ਆਇਲਸ ਨਹੀਂ ਕੀਤੀ ਉਹ ਵੀ ਕੋਈ ਪਰੇਸ਼ਾਨ ਨਹੀਂ ਹੈਗੀ। 55% ਹੈ +2 ਦੇ ਵਿੱਚੋਂ 2-3 ਸਾਲ ਦਾ ਗੈਪ ਹੈਗਾ, ਕੋਈ ਪਰੇਸ਼ਾਨੀ ਨਹੀਂ ਹੈਗੀ। ਤੁਸੀਂ ਜਰਮਨੀ ਅਪਲਾਈ ਕਰ ਸਕਦੇ। ਕੀ ਕਰਨਾ ਤੁਸੀਂ, ਕਿੱਦਾਂ ਕਰਨਾ, ਪ੍ਰੋਸੈਸ ਕੀ ਹੈਗਾ? 1 ਸਾਲ ਤੁਸੀਂ ਉੱਥੇ ਲੈਂਗੁਏਜ ਪ੍ਰੋਗਰਾਮ ਕਰਨਾ, ਉੱਥੇ ਦੀ ਜਰਮਨ ਲੈਂਗੁਏਜ ਸਿੱਖਣੀ 1 ਸਾਲ। A1 A2 B1 B2 ਤੱਕ ਦੀ ਤੁਹਾਡੀ ਪੜ੍ਹਾਈ ਪੂਰੀ ਹੋਏਗੀ 1 ਸਾਲ ਦੇ ਵਿੱਚ। ਦੈਨ ਤੁਸੀਂ ਅਪਲਾਈ ਕਰ ਸਕਦੇ ਹੋ ਫ੍ਰੀ ਐਜੂਕੇਸ਼ਨ ਦੇ ਲਈ। ਤੁਹਾਡੀ ਜਿਹੜੀ ਫ੍ਰੀ ਐਜੂਕੇਸ਼ਨ ਦੇ ਲਈ ਅਗਲੇ ਸਾਲ ਦੀ ਐਡਮਿਸ਼ਨ ਹੈ, ਬੁਕਿੰਗ ਹੈ, ਉਹਦਾ ਧਿਆਨ ਅਸੀਂ ਇੱਥੋਂ ਰੱਖ ਕੇ ਫਾਈਲ ਤੁਹਾਡੀ ਲੌਜ ਕਰਦੇ ਹਾਂ। ਜਰਮਨੀ ਦਾ VFS ਸਟਾਰਟ ਹੋਣ ਲੱਗਾ। ਜਰਮਨੀ ਦੇ ਵਿੱਚ ਮੇਰੇ ਕੋਲ ਬਹੁਤ ਸਾਰੀਆਂ ਯੂਨੀਵਰਸਿਟੀਜ਼ ਹੈ, ਕਾਲਜਸ ਹੈ। ਇਨੀਸ਼ੀਅਲ ਡਿਪੋਜ਼ਿਟ ਜਸਟ 1000 ਯੂਰੋ, 2000 ਯੂਰੋ ਦੇ ਨਾਲ ਫਾਈਲ ਤੁਹਾਡੀ ਸਬਮਿਟ, ਉਹ ਤੁਹਾਨੂੰ ਵੀਜ਼ਾ ਲੈਟਰ ਤੇ ਉਹ ਤੁਹਾਨੂੰ ਐਪਲੀਕੇਸ਼ਨ ਆਫਰ ਲੈਟਰ ਫ੍ਰੀ ਆਫ ਕਾਸਟ ਹੈਗੀ ਹੈ ਤੇ ਤੁਹਾਡੀ ਵੀਜ਼ਾ ਲੈਟਰ 1000 ਜਾਂ 2000 ਯੂਰੋ ਦੇ ਨਾਲ ਤੁਹਾਨੂੰ ਮਿਲ ਜਾਂਦੀ ਹੈ, ਜਿਹਦੇ ਬਹੁਤ ਘੱਟ ਕਾਸਟ ਹੈ।
बहुत घट कॉस्ट, फिर कोई फंड नहीं है पुराने, ਤੁਹਾਨੂੰ जस्ट ब्लॉक अकाउंट ਦੇ ਵਿੱਚ 10,235 ਯੂਰੋ ਜਮ੍ਹਾਂ ਕਰਾਣੇ ਆ, ਜਿਹੜੇ 8.5 ਲੱਖ ਰੁਪਏ ਦੇ ਆਸ-ਪਾਸ ਬਣਦਾ ਹੈਗਾ, ਉਹ ਨਵੇਂ ਫਰੈਸ਼ ਜਮ੍ਹਾਂ ਕਰਾ ਕੇ ਬਲੌਕ ਅਕਾਊਂਟ ਕਰਾ ਸਕਦੇ ਹੋ ਤੁਸੀਂ ਕੋਟਕ ਮਹਿੰਦਰਾ ਬੈਂਕ ਦੇ ਵਿੱਚ। ਸੋ ਜਰਮਨੀ ਵੈਰੀ ਈਜ਼ੀ। ਉੱਥੇ ਜਾ ਕੇ ਇੰਟਰਵਿਊ ਪ੍ਰੈਪਰੇਸ਼ਨ ਤੁਹਾਨੂੰ ਅਸੀਂ ਕਰਾਵਾਂਗੇ, ਦੈਟ ਇਜ਼ ਫ੍ਰੀ ਆਫ ਕਾਸਟ। ਤੁਹਾਡੇ ਅਸੀਂ ਅਗਰ ਤੁਸੀਂ ਚਾਹੁੰਦੇ ਹੋ ਕਿ ਪਹਿਲੀਆਂ ਫੀਸਾਂ ਵੀ ਤੁਹਾਡੀਆਂ ਅਸੀਂ ਭਰੀਏ, ਜਿਹੜੇ 1000 ਯੂਰੋ ਆ 2000 ਯੂਰੋ ਆ, ਉਹ ਵੀ ਅਸੀਂ ਭਰਨ ਨੂੰ ਤਿਆਰ ਹੈਗੇ ਆ। ਤੁਹਾਡੀ ਐਲੀਜੀਬਿਲਟੀ ਦੇਖ ਕੇ ਅਗਰ ਤੁਹਾਨੂੰ ਕਾਲਜ ਐਲੀਜੀਬਲ ਦੇਣ ਨੂੰ ਤਿਆਰ ਹੈਗਾ। ਮੈਨੂੰ ਜਿਹੜੇ ਹੈਗੇ 2016 ਤੋਂ ਬਾਅਦ ਚੋਂ ਜਿਹੜੇ ਬੱਚੇ ਪਾਸ ਆਊਟ ਹੈਗੇ, ਅਗਰ ਬੈਚਲਰ ਕੀਤੀ ਇੱਥੇ ਮਾਸਟਰ ਦੇ ਲਈ ਤੁਹਾਡੇ ਲਈ ਮਤਲਬ ਇੱਕ ਚੀਜ਼ ਸਮਝੋ ਕਿ ਜਿਹੜੇ ਬੱਚੇ ਮਾਸਟਰ ਦੀ ਜਰਮਨੀ ਜਾਣਾ ਚਾਹੁੰਦੇ ਉਹਨਾਂ ਦਾ ਵੀਜ਼ਾ ਸਕਸੈਸ ਰੇਟ 95% ਹੈ, ਜਿਹੜੇ ਬੱਚੇ ਮਾਸਟਰ ਦੇ ਲਈ ਜਾਣਾ ਚਾਹੁੰਦੇ। ਜਿਹੜੇ ਬੱਚੇ ਬੈਚਲਰ ਦੇ ਲਈ ਮਾਸਟਰ ਦੇ ਨਾਲ ਤੁਸੀਂ ਸਪਾਊਸ ਜਿਹੜਾ ਹੈਗਾ ਤੁਸੀਂ ਬੁਲਾ ਸਕਦੇ, ਪਰ ਨਾਲ ਨਹੀਂ ਜਾਏਗਾ ਜਰਮਨੀ ਦੇ ਸਪਾਊਸ। ਬਾਅਦ ਵਿੱਚ ਜਿੱਦਾਂ ਹੀ ਮੇਨ ਐਪਲੀਕੈਂਟ ਉੱਥੇ ਪਹੁੰਚਦਾ ਸਪਾਊਸ ਨੂੰ ਸਪੋਂਸਰ ਕਰ ਸਕਦਾ, ਸਪਾਊਸ ਨਾਲ ਜਾ ਸਕਦਾ, ਬੱਚੇ ਵੀ ਨਾਲ ਜਾ ਸਕਦੇ ਆ। ਸੋ 1 ਸਾਲ ਉੱਥੇ ਲੈਂਗੁਏਜ ਪ੍ਰੋਗਰਾਮ ਕਰਨੀ। ਲੈਂਗੁਏਜ ਪ੍ਰੋਗਰਾਮ ਦੀ ਕੋਸਟ ਕੀ ਹੈਗੀ ਆ, ਦੈਟ ਇਜ਼ ਓਨਲੀ 6000 ਤੋਂ ਲੈ ਕੇ 7000 ਯੂਰੋ, ਜਿਹੜਾ ਕਿ 6 ਲੱਖ ਰੁਪਏ ਦੇ ਆਸ-ਪਾਸ ਫੀਸ ਬਣਦੀ। 1 ਸਾਲ ਦੀ 6 ਲੱਖ ਫੀਸ ਪੇ ਕੀਤੀ, ਉਸ ਤੋਂ ਬਾਅਦ 'ਚ ਤੁਹਾਡੀ ਬੈਚਲਰ ਤੁਹਾਡੀ ਮਾਸਟਰ ਜਿੰਨਾ ਮਰਜ਼ੀ ਪੜ੍ਹ ਲਓ, ਟੋਟਲੀ ਫ੍ਰੀ ਆਫ ਕਾਸਟ ਹੈ। ਜਿੰਨੇ ਬੱਚੇ ਸਾਲ ਕੁ ਪਹਿਲਾਂ ਦੇ ਭੱਜੇ ਸੀਗੇ ਉਹ ਸਾਰੇ ਬੱਚੇ ਵੈਲ ਸੈਟਲਡ ਹੈ। ਕੋਈ ਬੱਚਾ ਜਰਮਨੀ ਦੇ ਵਿੱਚ ਇੱਦਾਂ ਨਹੀਂ ਕਹਿੰਦਾ ਜਾ ਕੇ ਕਿ ਉੱਥੇ ਪਰੇਸ਼ਾਨੀ ਆ, ਉੱਥੇ ਜਾ ਕੇ ਇਹਨਾਂ ਨੂੰ ਸੈਟਲਮੈਂਟ ਨਹੀਂ ਹੋ ਰਹੀ, ਅਰਨਿੰਗ ਨਹੀਂ ਹੋ ਰਹੀ। ਹਰ ਚੀਜ਼ ਲੈਂਗੁਏਜ ਪ੍ਰੋਗਰਾਮ ਦੇ ਵਿੱਚ ਵੀ ਕਈ ਬੱਚਿਆਂ ਦੇ ਇੱਕ ਡਾਊਟ ਰਹਿੰਦੇ ਕਿ ਲੈਂਗੁਏਜ ਪ੍ਰੋਗਰਾਮ 'ਚ ਉਹ ਕੰਮ ਨਹੀਂ ਕਰ ਸਕਦੇ। ਲੈਂਗੁਏਜ ਪ੍ਰੋਗਰਾਮ ਦੇ ਵਿੱਚ ਵੀ ਵਰਕ ਅਲਾਊਡ ਹੈਗਾ ਬੱਚੇ ਨੂੰ। ਸੋ ਇਹਦੇ ਵਿੱਚ ਫਲਾਈਟਾਂ ਜਿਹੜੀਆਂ ਸਟਾਰਟ ਹੋਣਗੀਆਂ ਜੁਲਾਈ ਦੇ ਵਿੱਚ ਤੁਹਾਨੂੰ ਜਰਮਨੀ ਦੀਆਂ ਫਲਾਈਟਾਂ ਸਟਾਰਟ ਹੋ ਰਹੀਆਂ। VFS ਓਪਨ ਜੁਲਾਈ ਦੇ ਵਿੱਚ VFS ਓਪਨ ਹੋ ਰਹੇ ਆ। ਆਫਰ ਲੈਟਰ ਵਿਦਿਨ 3-4 ਡੇਜ਼ ਆਫਰ ਲੈਟਰ ਆ ਰਹੀ ਹੈ। ਪ੍ਰੋਸੈਸ ਬਹੁਤ ਜ਼ਿਆਦਾ ਸਮੂਥ ਹੈਗਾ। ਜਿਹੜੇ ਬੱਚੇ 55% ਹੈ ਪਰਸੈਂਟੇਜ ਜਿਹੜੀ ਹੈਗੀ ਆ ਵਿਦਆਊਟ ਆਇਲਸ ਕੀਤੀ ਵੀ ਆ, 5-5.5 ਬੈਂਡ ਡਾਇਰੈਕਟ ਡਿਗਰੀ ਲੈਣੀ ਚਾਹੁੰਦੇ ਆ ਤੁਸੀਂ, ਡਾਇਰੈਕਟ ਡਿਗਰੀ ਮਿਲ ਜਾਏਗੀ। ਲੈਂਗੁਏਜ ਪ੍ਰੋਗਰਾਮ ਨਹੀਂ ਕਰਨਾ ਤਾਂ ਵੀ ਕੋਈ ਆਪਸ਼ਨ ਨਹੀਂ ਹੈ, ਜ਼ਰੂਰੀ ਨਹੀਂ ਹੈ ਕਿ ਤੁਸੀਂ ਲੈਂਗੁਏਜ ਪ੍ਰੋਗਰਾਮ ਕਰਨਾ ਹੀ ਕਰਨਾ। ਪਰ ਜੇ ਤੁਸੀਂ ਡਾਇਰੈਕਟ ਡਿਗਰੀ ਲੈਂਦੇ ਆ ਇੰਗਲਿਸ਼ ਟੌਟ ਦੇ ਵਿੱਚ ਤੇ ਤੁਹਾਨੂੰ ਸਾਰੀ ਪੇ ਕਰਨੀ ਪੈਂਦੀ ਆ। ਡਿਗਰੀ ਦੀ ਫੀਸ ਕਿੰਨੀ ਹੈਗੀ ਆ, ਵੱਖਰੇ ਕਾਲਜਸ 8000 ਯੂਰੋ ਤੋਂ ਲੈ ਕੇ 10000 12000 ਯੂਰੋ ਤੱਕ ਫੀਸ ਹੈ। ਇਸ ਵੇਲੇ ਜਿਹੜੀਆਂ ਯੂਨੀਵਰਸਿਟੀਆਂ ਜਾਂ ਕਾਲਜਸ ਉੱਥੇ ਦੇ ਹੈਗੇ ਆ 20% 30% ਸਕਾਲਰਸ਼ਿਪ ਦੇ ਰਹੇ ਆ। ਦੈਟ ਇਜ਼ ਵੈਰੀ ਬਿਊਟੀਫੁਲ ਥਿੰਗ ਕਿ ਜਰਮਨੀ ਤੁਹਾਨੂੰ ਸਕਾਲਰਸ਼ਿਪ ਦੇ ਰਿਹਾ, ਜਿਹੜੀ ਸਕਾਲਰਸ਼ਿਪ ਅਗਲੇ ਥੋੜ੍ਹੇ ਦਿਨ ਲਈ ਹੈ, ਸਿਰਫ ਜੁਲਾਈ ਮਹੀਨੇ ਦੇ ਲਈ ਤੁਸੀਂ ਅਗਰ ਉਹਨੂੰ ਅਵੇਲ ਕਰ ਲੈਂਦੇ ਆ ਤੇ ਤੁਹਾਨੂੰ ਜਰਮਨੀ ਸਕਾਲਰਸ਼ਿਪ ਵੀ ਪੇ ਕਰ ਰਿਹਾ। ਸੋ ਹਰ ਥਾਂ ਤੇ ਲੋਕੇਸ਼ਨ ਹੈ ਜਿਹੜੀਆਂ ਤੁਹਾਨੂੰ ਲੋਕੇਸ਼ਨ ਅਗਰ ਵੱਖਰੀ ਚਾਹੀਦੀ ਹੈ, ਤੁਹਾਨੂੰ ਜ਼ਰੂਰੀ ਨਹੀਂ ਕਿ ਬਰਲਿਨ ਜਾਣਾ, ਬਰਲਿਨ ਤੋਂ ਬਾਅਦ ਫਰੈਂਕਫਰਟ ਹੈ, ਹੈਮਬਰਗ ਹੈ, ਤੁਸੀਂ ਕਿਤੇ ਵੀ ਜਾਣਾ ਚਾਹੁੰਦੇ ਆ, ਹੈਨੋਵਰ ਹੈ, ਤੁਸੀਂ ਕਿਸੇ ਵੀ ਲੋਕੇਸ਼ਨ ਤੇ ਜਾਣਾ ਚਾਹੁੰਦੇ ਅਸੀਂ ਤੁਹਾਨੂੰ ਜਰਮਨੀ ਦੀ ਐਡਮਿਸ਼ਨ ਕਰਵਾ ਕੇ ਦੇ ਸਕਦੇ ਹਾਂ। ਸੋ ਦੋਸਤੋ ਜਰਮਨੀ ਦੇ ਵਿੱਚ ਇਸ ਤੋਂ ਬਾਅਦ ਚੋਂ ਵਾਂਸ ਯੂ ਗੈਟ ਉੱਥੇ ਬੈਚਲਰ ਕਰਨ ਤੋਂ ਬਾਅਦ ਚੋਂ ਅਗਰ ਅਸੀਂ PR ਦੀ ਗੱਲ ਕਰਦੇ ਹਾਂ ਤਾਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ, ਜਿਹਨੂੰ ਕੈਨੇਡਾ 'ਚ 3 ਸਾਲ ਮਿਲਦਾ, UK 'ਚ 2 ਸਾਲ ਦਾ, ਜਰਮਨੀ 'ਚ 1.5 ਸਾਲ ਦਾ, ਜਿਹਨੂੰ ਜੌਬ ਸਰਚ ਵੀਜ਼ਾ ਉੱਥੇ ਕਹਿੰਦੇ ਆ। 1.5 ਸਾਲ ਦੇ 18 ਮਹੀਨੇ ਦੇ ਜੌਬ ਸਰਚ ਵੀਜ਼ੇ ਤੋਂ ਬਾਅਦ 'ਚੋਂ ਤੁਹਾਨੂੰ ਉੱਥੇ ਜਦੋਂ ਤੁਹਾਨੂੰ ਇੱਕ ਜੌਬ ਮਿਲ ਜਾਂਦੀ ਹੈ ਤਾਂ ਤੁਸੀਂ ਉਹਦਾ 3 ਸਾਲ ਵੀਜ਼ਾ ਵਧਾ ਸਕਦੇ ਆ। 3 ਸਾਲ ਮਤਲਬ 5 ਸਾਲ ਟੋਟਲ ਵਰਕਿੰਗ ਚਾਹੀਦੀ ਤੁਹਾਨੂੰ ਉੱਥੇ PR ਹੋਣ ਦੇ ਲਈ। ਹੁਣ ਦੋਸਤੋ ਬਹੁਤ ਈਜ਼ੀ ਹੈ, ਤੁਹਾਨੂੰ ਜੌਬ ਨਹੀਂ ਮਿਲ ਰਹੀ ਕਿਸੇ ਵੀ ਕਾਰਨ ਕਰਕੇ, ਬੈਚਲਰ ਕਰ ਲਈ ਆ ਤੁਸੀਂ ਮਾਸਟਰ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ, ਫ੍ਰੀ ਆਫ ਕਾਸਟ ਹੈ ਮਾਸਟਰ ਫਿਰ ਤੁਹਾਡੇ ਲਈ। ਸੋ ਜਰਮਨੀ ਇੰਨੀ ਕੁ ਵਧੀਆ ਐਜੂਕੇਸ਼ਨ ਸਿਸਟਮ ਪ੍ਰੋਵਾਈਡ ਕਰਦਾ ਆਪਣੇ ਬੱਚਿਆਂ ਨੂੰ ਕਿ ਮੈਂ ਹੈਰਾਨ ਹੋ ਗਿਆ ਸੀ ਜਦੋਂ ਮੈਂ ਐਜੂਕੇਸ਼ਨ ਸਿਸਟਮ ਜਰਮਨੀ ਦਾ ਦੇਖਿਆ। 4th ਕਲਾਸ ਔਨਵਰਡ ਬੱਚੇ ਕੋਲ ਸਬਜੈਕਟ ਚੇਂਜ ਕਰਨ ਦੇ ਚਾਂਸ ਆਪਸ਼ਨਸ ਹੈਗੀਆਂ। ਸਾਡੇ ਕੋਲ ਅਸੀਂ +2 ਤੱਕ, ਅਸੀਂ 10th ਤੱਕ ਪੜ੍ਹਦੇ ਹਾਂ, ਸਾਰੇ ਸਬਜੈਕਟ ਪੜ੍ਹਦੇ ਹਾਂ। 10th ਤੋਂ ਬਾਅਦ 'ਚੋਂ ਸਾਡੇ ਕੋਲ +1 ਦੇ ਵਿੱਚ ਅਸੀਂ ਚੇਂਜ ਕਰਨੇ ਹੁੰਦੇ ਆ ਸਬਜੈਕਟ। +1 ਦੇ ਵਿੱਚ ਵੀ ਸਾਡੇ ਕੋਲ ਸਬਜੈਕਟ ਚੇਂਜ ਕਰਨ ਦਾ ਆਪਸ਼ਨ ਕੀ ਹੈਗੀ ਆ, ਉਹੀ ਹੈ ਆਰਟਸ ਹੈ, ਕਮਰਸ ਹੈ, ਮੈਡੀਕਲ ਹੈ, ਨਾਨ ਮੈਡੀਕਲ ਹੈ ਜਾਂ ਵੋਕੇਸ਼ਨਲ ਹੈਗੇ ਆ। ਬਟ ਜਰਮਨੀ ਦੇ ਵਿੱਚ ਬੱਚੇ ਕੋਲ ਹਰ ਇੱਕ ਆਪਣੇ ਸਬਜੈਕਟ ਚੂਜ਼ ਕਰਨ ਦਾ ਉਹਨੂੰ ਮੌਕਾ ਦਿੱਤਾ ਜਾਂਦਾ। ਅਗਰ ਉਹਦਾ ਪ੍ਰੋਗਰਾਮ ਇਹ ਹੈਗਾ ਕਿ ਅਗਰ ਕਹਿੰਦਾ ਕਿ ਇੱਕ ਮੈਂ ਸਬਜੈਕਟ ਚੁਣਨਾ ਚਾਹੁੰਦਾ ਕਾਮਰਸ ਦਾ, ਇੱਕ ਸਬਜੈਕਟ ਚੁਣਨਾ ਚਾਹੁੰਦਾ ਮੈਂ ਮੈਡੀਕਲ ਦਾ, ਇੱਕ ਮੈਂ ਨਾਨ ਮੈਡੀਕਲ ਦਾ, ਇੱਕ ਇੰਜੀਨੀਅਰਿੰਗ ਦਾ, ਜਾਂ ਇੱਕ ਮੈਂ ਕੋਈ ਆਰਟਸ ਦਾ ਸਬਜੈਕਟ ਵੀ ਚੁਣਨਾ ਚਾਹੁੰਦਾ, ਤੇ ਉਹ ਆਪਣੀ ਬਕਟ ਆਪ ਤਿਆਰ ਕਰ ਸਕਦਾ ਸਬਜੈਕਟ ਦੇ ਵੀ। ਸੋ ਦੋਸਤੋ ਉਹ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਤਿਆਰ ਕਰਦੇ ਆ ਤਾਂ ਹੀ ਉਹ ਬੱਚੇ ਅੱਗੇ ਜਾ ਕੇ ਅੱਛੇ ਸਿਟੀਜ਼ਨ ਬਣਦੇ ਆ, ਅੱਛੀਆਂ ਮੱਲਾਂ ਮਾਰਦੇ ਆ, ਅੱਛਾ ਕੰਮ ਕਰਦੇ ਆ, ਮਿਹਨਤ ਕਰਦੇ ਆ ਤੇ ਅੱਛਾ ਪੈਸਾ ਅਰਨ ਕਰਦੇ ਆ। ਪੈਸਾ ਜਿੰਨਾ ਜ਼ਿਆਦਾ ਤੁਸੀਂ ਅਰਨ ਕਰੋਗੇ ਉਨਾ ਜ਼ਿਆਦਾ ਟੈਕਸ ਦਿਓਗੇ, ਉਨਾ ਜ਼ਿਆਦਾ ਗਵਰਨਮੈਂਟ ਦੇ ਕੋਲ ਅੱਛਾ ਪੈਸਾ ਆਏਗਾ। ਸੋ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਅਗਰ ਅਸੀਂ ਦੇਖਦੇ ਹਾਂ ਤੇ ਸਾਡੇ ਲਈ ਬੈਸਟ ਚੀਜ਼ ਇਹੀ ਹੈਗੀ ਆ ਕਿ ਜਰਮਨੀ ਇਸ ਵੇਲੇ
ਕੈਨੇਡਾ ਦੇ ਜੋ ਹਾਲਾਤ ਕੀਤੇ ਆ ਅਗਲੇ 1-2 ਮਹੀਨੇ ਉਹ ਹਾਲਾਤ ਥੋੜੇ ਜਿਹਾ ਖਰਾਬ ਰਹਿਣ ਦੇ ਚਾਂਸਸ ਹੈਗੇ ਆ। ਵਿਦਆਊਟ ਆਇਲਸ ਆ ਬੈਂਡ ਘੱਟ ਆ, ਕੈਨੇਡਾ ਰਿਫਿਊਜ਼ਲ ਆ, UK ਰਿਫਿਊਜ਼ਲ ਆ, ਜਰਮਨੀ ਦੇ ਜਾਂ ਯੂਰਪੀਅਨ ਕਿਸੇ ਕੰਟਰੀ ਤੋਂ ਰਿਫਿਊਜ਼ਲ ਆ, ਤੁਸੀਂ ਜਰਮਨੀ ਅਪਲਾਈ ਕਰਨਾ ਚਾਹੁੰਦੇ ਆ, ਤੁਸੀਂ ਸਾਡੇ ਨੰਬਰ ਜਿਹੜੇ ਦਿੱਤੇ ਹੋਏ ਆ ਉਹਨਾਂ ਤੇ ਸੰਪਰਕ ਕਰ ਸਕਦੇ ਹੋ। ਕੁਛ ਵੀ ਨਹੀਂ, ਜਸਟ ਈਮੇਲ ਕਰਨੀ ਆ, ਕੋਈ ਐਡਵਾਂਸ ਪੈਸਾ ਨਹੀਂ ਅਸੀਂ ਤੁਹਾਡੇ ਕੋਲੋਂ ਲੈ ਰਹੇ, ਜਸਟ ਆਫਰ ਲੈਟਰ ਫ੍ਰੀ ਆਫ ਕਾਸਟ ਤੁਹਾਨੂੰ ਦੇ ਰਹੇ ਹਾਂ। ਉਸ ਤੋਂ ਬਾਅਦ 'ਚ ਅਗਰ ਕੋਈ ਇੰਟਰਵਿਊ ਪ੍ਰੈਪਰੇਸ਼ਨ ਹੈ, ਅਸੀਂ ਫ੍ਰੀ ਆਫ ਕਾਸਟ ਮੈਂ ਤੁਹਾਡੀ ਇੰਟਰਵਿਊ ਪ੍ਰੈਪਰੇਸ਼ਨ ਕਰਾ ਰਿਹਾ। ਸੋ ਬਹੁਤ ਈਜ਼ੀ ਹੈ, ਤੁਹਾਨੂੰ ਮੈਂ ਦੱਸਤਾ। ਫਾਈਨੈਂਸ਼ੀਅਲ ਦੱਸ ਦਿੱਤੇ ਆ, ਕੋਈ ਪੁਰਾਣੇ ਫੰਡ ਨਹੀਂ ਚਾਹੀਦੇ। ਬਲਦੇਵ ਜੀ ਸਤਿ ਸ਼੍ਰੀ ਅਕਾਲ। ਕੋਈ ਕਿਸੇ ਦੋਸਤ ਦਾ ਕੋਈ ਕੁਐਸਚਨ ਹੈਗਾ, ਮੈਂ ਇਸ ਲਾਈਵ ਹੋਣ ਦੇ ਵਿੱਚ ਕੱਲ ਨੂੰ ਲਾਈਵ ਹੋਣਾ ਮੈਂ UK ਦੇ ਲਈ। ਪਲੀਜ਼ ਜਿਹੜੇ ਬੱਚੇ UK ਦੇ ਲਈ ਆਪਣਾ ਚਾਹੁੰਦੇ ਆ ਕਿ ਅਪਲਾਈ ਕਰੀਏ, ਕਿੱਦਾਂ ਕਰੀਏ, ਫਲਾਈਟਸ ਦਾ ਕੀ ਸੀਨ ਹੈ, ਐਮਬੈਸੀ ਦਾ ਕੀ ਸੀਨ ਹੈ, ਕਿਹੜਾ ਇਨਟੇਕ ਹੋਏਗਾ UK ਦਾ, ਉਹਦੇ ਬਾਰੇ ਅਗਰ ਅਸੀਂ ਗੱਲ ਕਰਨੀ ਆ ਤੇ ਆਪਾਂ ਇਸ ਚੀਜ਼ ਨੂੰ ਕੱਲ ਮੇਰੇ ਨਾਲ ਤੁਸੀਂ ਲਾਈਵ ਹੋ ਸਕਦੇ ਹੋ, ਸੇਮ ਟਾਈਮ ਸੇਮ ਚੈਨਲ ਦੇ ਉੱਤੇ। ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਆਪਣੇ ਆਪ ਨੂੰ ਸਟੱਡੀ ਵੀਜ਼ਾ, ਇਮੀਗ੍ਰੇਸ਼ਨ, ਵਰਕ ਪਰਮਿਟ, PR ਦੇ ਵਿੱਚ ਕੋਈ ਵੀ ਅਪਡੇਸ਼ਨ ਚਾਹੀਦੀਆਂ ਮੈਨੂੰ ਆਪਣੇ ਸਬਜੈਕਟ ਭੇਜੋ ਕਿ ਮੈਂ ਕੱਲ ਨੂੰ ਅਗਰ ਲਾਈਵ ਹੋਣਾ ਤੇ ਮੈਂ ਕਿਸ ਚੀਜ਼ ਦੇ ਲਈ ਲਾਈਵ ਹੋਣਾ ਮੇਰੇ ਲਈ ਤੁਸੀਂ ਚਾਹੋਗੇ ਕਿ ਮੈਂ ਲਾਈਵ ਹੋਵਾਂ। ਮੈਂ ਜਿਹੜੇ ਸਬਜੈਕਟ ਆ ਲਾਈਵ ਦੇ ਤੁਹਾਡੇ ਕੋਲੋਂ ਚੂਜ਼ ਕਰਨਾ ਚਾਹੂੰਗਾ ਕਿ ਤੁਸੀਂ ਮੈਨੂੰ ਲਾਈਵ ਦਾ ਸਬਜੈਕਟ ਦਿਓ ਕਿ ਸਰ ਅਸੀਂ ਤੁਹਾਡੇ ਕੋਲੋਂ ਆਹ ਚੀਜ਼ ਸੁਣਨਾ ਚਾਹੁੰਦੇ ਆ, ਮੈਨੂੰ ਇਸ ਚੀਜ਼ ਬਾਰੇ ਦੱਸੋ। ਹੁਣ ਆ ਕੁਐਸਚਨ ਆ ਗਿਆ ਅਭਿਸ਼ੇਕ ਰਾਣਾ ਹੁਣਾਂ ਦਾ ਕਿ ਮਾਸਟਰ ਲਈ ਐਸਟੀਮੇਟਡ ਕੋਰਸ ਦੱਸੋ। ਜਰਮਨੀ ਦੇ ਵਿੱਚ ਅਗਰ ਅਸੀਂ ਮਾਸਟਰ ਕਰਨੀ ਹੈ, ਸਾਡੇ ਕੋਲ 2 ਆਪਸ਼ਨਸ ਹੈ। ਅਸੀਂ ਡਾਇਰੈਕਟ ਮਾਸਟਰ ਕਰ ਸਕਦੇ ਹਾਂ, 2 ਸਾਲ ਦੀ ਮਾਸਟਰ ਹੈਗੀ ਆ। ਪੇਡ ਟੌਟ, ਇੰਗਲਿਸ਼ ਟੌਟ ਦੇ ਵਿੱਚ ਤੁਹਾਨੂੰ ਪੇਡ ਕਰਨੀ ਪੈਣੀ ਹੈ, ਜਾਂ ਉਹੀ ਟ੍ਰੈਡੀਸ਼ਨਲ ਵੇ ਆ ਕਿ ਇੱਥੋਂ ਲੈਂਗੁਏਜ ਪ੍ਰੋਗਰਾਮ ਕਰਨ ਲਈ ਜਾਓਗੇ। ਲੈਂਗੁਏਜ ਪ੍ਰੋਗਰਾਮ ਤੋਂ ਬਾਅਦ 'ਚੋਂ ਤੁਸੀਂ ਜਿਹੜੀ ਹੈਗੀ ਆ ਫ੍ਰੀ ਆਫ ਕਾਸਟ ਮਾਸਟਰ ਲੈ ਸਕਦੇ। ਪਰ ਮੇਰੀ ਜਿਹੜੀ ਪਰਸਨਲ ਸਲਾਹ ਹੈਗੀ ਆ ਕਿ ਤੁਹਾਨੂੰ 3 ਸਾਲ ਪੜ੍ਹਾਈ ਨਾਲੋਂ 2 ਸਾਲ 1 ਸਾਲ ਦੀ ਤਾਂ ਪੇ ਕਰਨੀ ਅਸੀਂ ਲੈਂਗੁਏਜ ਦੇ ਲਈ 6750। ਮੈਂ ਡਾਇਰੈਕਟ ਮਾਸਟਰ ਤੁਹਾਨੂੰ ਦੇ ਸਕਦਾ। 10,000 ਯੂਰੋ ਫੀਸ ਹੋਏਗੀ। 10,000 ਯੂਰੋ ਫੀਸ ਜਿਹੜੀ ਹੈ ਇਹਦੇ ਵਿੱਚ ਸਕਾਲਰਸ਼ਿਪ ਮਿਲਣ ਦੇ ਚਾਂਸਸ ਵੀ ਹੈ। 2,000 ਯੂਰੋ ਸਕਾਲਰਸ਼ਿਪ ਮਿਲ ਗਈ ਤੇ ਤੁਹਾਡੀ 4,000 ਯੂਰੋ ਦੀ ਸਕਾਲਰਸ਼ਿਪ 2 ਸਾਲਾਂ 'ਚ ਤੁਹਾਨੂੰ ਮਿਲ ਸਕਦੀ ਹੈ। ਦੈਟਸ ਮਾਈ ਪ੍ਰੋਮਿਸ ਕਿ ਜਿੰਨੀ ਵੀ ਸਕਾਲਰਸ਼ਿਪ ਮਿਲੇਗੀ ਤੁਹਾਨੂੰ ਬਾਏ ਹਾਥ ਉਨੀ ਤੁਹਾਨੂੰ ਅਵੇਲੇਬਲ ਕਰਾ ਕੇ ਦਿਆਂਗਾ। ਮਾਸਟਰ ਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸ ਦਿੰਦਾ, ਮਾਸਟਰ ਦੇ ਵਿੱਚ ਤੁਹਾਡੀ ਇੰਟਰਵਿਊ ਨਹੀਂ ਆਉਂਦੀ। SOP ਅੱਛੀ ਜੀ ਬਣੀ ਹੋਵੇ, ਤੁਹਾਡਾ ਵੀਜ਼ਾ SOP ਫਾਈਲ ਦੇ ਬੇਸ ਦੇ ਵਿੱਚ ਹੀ ਤੁਹਾਨੂੰ ਵੀਜ਼ਾ ਮਿਲ ਜਾਂਦਾ। ਔਰ ਮਾਸਟਰ ਦੇ 95% ਮਾਸਟਰ ਦੇ ਵੀਜ਼ਾ ਦੇ ਚਾਂਸਸ ਹੁੰਦੇ ਆ। ਸਪਾਊਸ ਨੂੰ ਤੁਸੀਂ ਉੱਥੇ ਬੁਲਾ ਸਕਦੇ ਆ। ਕਾਸਟ ਜਿੱਦਾਂ ਮੈਂ ਤੁਹਾਨੂੰ ਦੱਸਦਾ 8,000 ਯੂਰੋ ਕਾਸਟ ਆ, ਤੁਸੀਂ ਉਹ 2-3,000 ਯੂਰੋ ਇੱਥੋਂ ਇੰਡੀਆ ਤੋਂ ਪੇ ਕਰਕੇ ਜਾ ਸਕਦੇ ਹੋ। ਬਾਕੀ ਤੁਸੀਂ ਉੱਥੇ ਜਾ ਕੇ ਇੰਸਟਾਲਮੈਂਟ 'ਚ ਪੇ ਕਰ ਸਕਦੇ ਹੋ। ਬਹੁਤ ਈਜ਼ੀ ਆ ਜਰਮਨੀ। ਤੇ ਉਸ ਤੋਂ ਬਾਅਦ ਚੋਂ ਜਿਹੜੀ ਅਸੀਂ ਗੱਲ ਕਰਦੇ ਹਾਂ, ਬਲੌਕ ਅਕਾਊਂਟ ਹੈਗਾ ਹੀ ਹੈਗਾ 8.5 ਲੱਖ ਰੁਪਏ ਦੇ ਆਸ-ਪਾਸ। 10,235 ਯੂਰੋ ਜਿਹੜੇ ਤੁਸੀਂ ਬਲੌਕ ਅਕਾਊਂਟ 'ਚ ਜਮ੍ਹਾਂ ਕਰਾਣੇ ਤੁਹਾਡੇ ਅਕਾਊਂਟ 'ਚ ਆ, ਤੁਹਾਡੇ ਅਕਾਊਂਟ 'ਚ ਪਏ ਰਹਿਣੇ ਹੈਗੇ ਆ। ਅਗਰ ਉਹ ਉੱਥੋਂ ਸ਼ਿਫਟ ਵੀ ਹੁੰਦੇ ਤਾਂ ਵੀ ਤੁਹਾਡੇ ਅਕਾਊਂਟ 'ਚ ਹੀ ਸ਼ਿਫਟ ਹੋਣੇ ਆ ਉੱਥੇ ਜਰਮਨੀ ਦੇ ਵਿੱਚ। ਤੇ ਮਾਸਟਰ ਤੋਂ ਬਾਅਦ ਚੋਂ ਫਿਰ ਅਗੇਨ 18 ਮਹੀਨੇ ਦਾ ਵਰਕ ਪਰਮਿਟ ਹੈ। ਉਸ ਤੋਂ ਬਾਅਦ ਚੋਂ ਤੁਹਾਨੂੰ 3 ਸਾਲ ਦਾ ਜੌਬ ਸਰਚ ਵੀਜ਼ੇ ਤੋਂ ਬਾਅਦ ਚੋਂ। ਸ਼ੀਤਲ, ਉਮੀਦ ਹੈ ਤੁਹਾਨੂੰ ਮੈਂ ਕਾਸਟ ਦੱਸ ਦਿੱਤੀ ਆ। 8,000 ਯੂਰੋ ਦੇ ਆਸ-ਪਾਸ ਫੀਸ ਲੈ ਕੇ ਚੱਲੋ। ਜਿਹੜੀ ਇਸ ਵੇਲੇ ਯੂਰੋ ਦਾ ਰੇਟ ਹੈ 85-90 ਦੇ ਵਿੱਚ ਯੂਰੋ ਚੱਲ ਰਿਹਾ। ਕਾਫੀ ਹਾਈ ਰੇਟ ਪਹੁੰਚ ਗਿਆ ਹੋਇਆ ਯੂਰੋ ਦਾ ਵੀ। ਹਰ ਕਰੰਸੀ ਦਾ ਰੇਟ ਵੱਧ ਰਿਹਾ। ਕੈਨੇਡਾ ਦਾ ਰੇਟ ਦੇਖ ਲਓ, ਆਸਟ੍ਰੇਲੀਆ ਦਾ ਰੇਟ ਦੇਖ ਲਓ, ਸਿੰਗਾਪੁਰ ਦਾ ਰੇਟ ਦੇਖ ਲਓ, ਨਿਊਜ਼ੀਲੈਂਡ ਦਾ ਰੇਟ ਦੇਖ ਲਓ। ਜਿਹੜੇ ਅੱਜ ਤੋਂ 7-8 ਮਹੀਨੇ ਰੇਟ ਇਹਨਾਂ ਦੇ ਬਹੁਤ ਘੱਟ ਸੀਗੇ, ਅੱਜ ਸਾਰੇ ਟੌਪ ਲੈਵਲ ਤੇ ਰੇਟਸ ਪਹੁੰਚੇ ਹੋਏ ਆ। ਯੂਰੋ ਤੁਹਾਨੂੰ 80 ਥੋੜੇ ਦਿਨ ਹੋਰ ਵੇਟ ਕਰ ਲਓ, 90 ਰੁਪਏ ਦੇ ਆਸ-ਪਾਸ ਯੂਰੋ ਦਾ ਰੇਟ ਤੁਹਾਨੂੰ ਕਾਸਟ ਕਰੇਗਾ। ਸ਼ੀਤਲ ਧਵਨ, ਕੈਨ ਯੂ ਟੈਲ ਮੀ ਅਬਾਊਟ ਆਸਟ੍ਰੇਲੀਆ ਨੇ ਹਲੇ ਵੀਜ਼ਾਸ ਜਿਹੜੇ ਹੈਗੇ ਆ ਉਹ ਬਿਲਕੁਲ ਅੰਬੈਸੀ ਵੀ ਕੇਸਿਸ ਵਧਣ ਦੇ ਅੱਗੇ ਉਹਨਾਂ ਨੂੰ ਲੱਗਦਾ ਕਿ ਕੇਸ ਵੱਧ ਜਾਣਗੇ। ਆਸਟ੍ਰੇਲੀਆ ਦੇ ਹਲੇ ਫਿਲਹਾਲ ਆਫਰ ਲੈਟਰਸ ਆ ਰਹੀਆਂ, ਐਡਮਿਸ਼ਨਸ ਹੋ ਰਹੀਆਂ, COEs ਆ ਰਹੀਆਂ, ਫਾਈਲਾਂ ਲੱਗ ਵੀ ਰਹੀਆਂ, ਵੀਜ਼ਾਸ ਵੀ ਆ ਰਹੇ ਆ। ਬਾਰਡਰ ਕਲੋਜ਼ ਹੈਗੇ ਆ। ਅਗਰ ਤੁਸੀਂ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਆ, ਮੇਰੇ ਕੋਲ ਯੂਨੀਵਰਸਿਟੀਜ਼ ਹੈਗੀਆਂ। ਯੂਨੀਵਰਸਿਟੀਜ਼ ਦੇ ਨਾਲ ਤੁਹਾਨੂੰ ਸਕਾਲਰਸ਼ਿਪ ਫਿਰ ਉਹੀ ਹੈ, ਸਕਾਲਰਸ਼ਿਪ ਮਿਲ ਰਹੀ ਹੈ। ਬਹੁਤ ਅੱਛਾ ਪ੍ਰੋਸੈਸ ਹੈਗਾ। COE ਤੁਹਾਡੇ ਫੰਡਸ ਨੂੰ ਵੈਰੀਫਾਈ ਕਰਕੇ COE ਤੁਹਾਡੀ ਆ ਜਾਂਦੀ ਹੈ। ਉਹਦੇ ਲਈ ਤੁਸੀਂ ਕੀ ਜਾਣਨਾ ਚਾਹੁੰਦੇ ਆ, ਮੈਂ ਤੁਹਾਡੇ ਲਈ ਆਸਟ੍ਰੇਲੀਆ ਲਾਈਵ ਕੱਲ ਮੇਰਾ UK ਆ, ਇਸ ਤੋਂ ਬਾਅਦ ਚੋਂ ਆਸਟ੍ਰੇਲੀਆ ਦੇ ਲਈ ਤੁਹਾਡੇ ਲਈ ਲਾਈਵ ਹੋ ਜਾਊਗਾ। ਤੁਸੀਂ ਮੇਰਾ ਚੈਨਲ ਲਾਈਕ ਔਰ ਸ਼ੇਅਰ ਕਰੋ ਪ੍ਰੋਪਰ। ਉਹਦੇ ਨਾਲ ਕਿ ਸਪਾਊਸ ਕਿੱਦਾਂ ਹੋਏਗਾ, ਕਿਹੜੀ ਯੂਨੀਵਰਸਿਟੀ ਆ, ਕਿਹੜੇ ਕੋਰਸਿਸ ਆ, ਕਿਹੜੇ ਤੁਹਾਡੀ ਇਨੀਸ਼ੀਅਲ ਡਿਪੋਜ਼ਿਟ ਹੈ, ਫੰਡ ਕਿੰਨੇ ਚਾਹੀਦੇ ਆ, ਕਿਉਂਕਿ ਆਸਟ੍ਰੇਲੀਆ ਦਾ ਸਾਰਾ ਪ੍ਰੋਸੈਸ ਡਿਫਰੈਂਟ ਹੈ ਦੈਨ ਜਰਮਨੀ। ਸੋ IELTS ਦੀ ਰਿਕੁਆਇਰਮੈਂਟ ਜੀ ਕਿੰਨੀ ਹੈਗੀ ਹੈ। ਜਰਮਨੀ ਦੀ ਸਪਾਊਸ ਜਾ ਸਕਦਾ। ਮੈਂ ਤੁਹਾਨੂੰ ਅਭਿਸ਼ੇਕ ਜੀ ਪਹਿਲਾਂ ਹੀ ਦੱਸ ਚੁੱਕਾ ਕਿ ਜਰਮਨੀ ਸਪਾਊਸ ਅਲਾਓ ਕਰਦਾ। ਮਾਸਟਰ ਦੇ ਵਿੱਚ ਤਾਂ ਬਹੁਤ ਈਜ਼ੀ ਜਾ ਸਕਦਾ। ਵਨਸ ਯੂ ਗੈਟ ਦਾ ਵੀਜ਼ਾ, ਤੁਸੀਂ ਮੇਨ ਐਪਲੀਕੈਂਟ ਉੱਥੇ ਜਾਂਦਾ, ਮੇਨ ਐਪਲੀਕੈਂਟ ਉੱਥੇ ਜਾ ਕੇ ਸਟੱਡੀਜ਼ ਸ਼ੁਰੂ ਕਰਕੇ ਤੁਹਾਨੂੰ ਇੱਕ ਸਪਾਂਸਰਸ਼ਿਪ ਲੈਟਰ ਭੇਜਦਾ ਤੇ ਸਪਾਊਸ ਨੂੰ ਈਜ਼ੀਲੀ ਉੱਥੇ ਦਾ ਵੀਜ਼ਾ ਮਿਲ ਜਾਂਦਾ। ਪਹਿਲਾਂ ਇੱਥੋਂ ਵਿਜ਼ਿਟਰ ਵੀਜ਼ਾ ਦੈਨ ਡਿਪੈਂਡੈਂਟ ਵੀਜ਼ਾ ਉੱਥੇ ਜਾ ਕੇ ਕਨਵਰਟ ਹੋ ਜਾਂਦਾ।
ਬਿਲਕੁਲ ਤੁਹਾਡੇ ਹਿਸਾਬ ਨਾਲ 8000 ਯੂਰੋ ਪਰ ਸਾਲ 1 ਸਾਲ ਦੀ ਫੀਸ ਹੋਏਗੀ। 2 ਸਾਲ ਪੜ੍ਹਨਾ 16000 ਯੂਰੋ, ਜੇ ਮਤਲਬ ਫੀਸ 10 ਤੋਂ 12000 ਹੈ, ਪਰ ਸਕਾਲਰਸ਼ਿਪ ਤੋਂ ਬਾਅਦ ਚ ਮੈਂ ਤੁਹਾਨੂੰ ਦੱਸਦਾ ਮੈਂ ਕਿ 8-9000 ਯੂਰੋ ਦੇ ਆਸ-ਪਾਸ ਤੁਹਾਡੀ ਫੀਸ ਜਿਹੜੀ ਹੈਗੀ ਡਿਫਰੈਂਟ ਕਾਲਜਸ ਦੇ ਹਿਸਾਬ ਨਾਲ ਤੁਹਾਨੂੰ ਮਿਲ ਜਾਏਗੀ। ਮਾਸਟਰਸ ਹਰ ਤਰ੍ਹਾਂ ਦੀ ਮਾਸਟਰ ਅਵੇਲੇਬਲ ਹੈ। ਇੰਜੀਨੀਅਰਿੰਗ ਲੈਣੀ ਹੈ, ਮੈਡੀਕਲ ਲੈਣੀ ਹੈ, ਤੁਹਾਡੀ ਬਿਜ਼ਨਸ MBA ਲੈਣੀ ਹੈ ਤੁਸੀਂ, ਉਹ ਸਾਰੀਆਂ ਚੀਜ਼ਾਂ ਅਵੇਲੇਬਲ ਹੈਗੀਆਂ। ਮਨਰਾਜ ਪਠਾਨੀਆ ਡਿਸਟੈਂਸ ਐਜੂਕੇਸ਼ਨ ਵੈਲਿਡ ਹੈ ਮਾਸਟਰ ਦੇ ਲਈ। ਡਿਸਟੈਂਸ ਐਜੂਕੇਸ਼ਨ ਕਿਹੜੀ ਯੂਨੀਵਰਸਿਟੀ ਡਿਪੈਂਡ ਕਰਦਾ, LPU ਹੈ ਤੇ ਇਹਦੀ ਮੈਂ ਚੈੱਕ ਕਰ ਸਕਦਾ। ਅਗਰ ਲੈਂਗੁਏਜ ਕੋਰਸ ਕਰਨ ਲਈ ਜਾਣਾ ਚਾਹੁੰਦੇ ਆ ਤੇ ਲੈਂਗੁਏਜ ਕੋਰਸ ਲਈ ਤਾਂ ਹਰੇਕ ਚੀਜ਼ ਵੈਲਿਡ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਤਾਂ ਯੂਨੀਵਰਸਿਟੀ ਤੇ ਜਾਂ ਕਾਲਜ ਦੇ ਉੱਤੇ ਡਿਪੈਂਡ ਕਰਦਾ ਤੁਹਾਡੀ ਜਿਹੜੀ ਮਾਸਟਰ। ਇਹ 1-2 ਬੱਚੇ ਮੈਂ ਦੇਖੇ ਇੱਥੇ ਡਿਸਟੈਂਸ ਦੇ ਵਿੱਚ ਉਹਨਾਂ ਨੇ ਬੈਚਲਰ ਕੀਤੀ ਸੀ ਤੇ ਉਹਨਾਂ ਨੂੰ ਯੂਨੀਵਰਸਿਟੀ ਨੇ ਦੁਬਾਰਾ ਬੈਚਲਰ ਉੱਥੇ ਅਲਾਉ ਕੀਤੀ ਤੇ ਬੱਚੇ ਨੇ ਉਹ ਅਸੈਪਟ ਕਰਕੇ ਤੇ ਬੱਚਾ ਗਿਆ। ਸੋ ਇਹ ਡਿਪੈਂਡ ਕਰਦਾ ਤੁਹਾਡੇ ਉੱਤੇ ਕਿ ਤੁਸੀਂ ਸਿਰਫ ਜਾਣਾ ਚਾਹੁੰਦੇ ਆ ਕਿ ਤੁਸੀਂ ਆਪਣੀਆਂ ਕੰਡੀਸ਼ਨ ਨਾਲ ਰੱਖਣਾ ਚਾਹੁੰਦੇ ਆ। ਇਸ ਡਿਪੈਂਡ PTU ਤੋਂ ਹੈਗੀ ਆ ਡਿਸਟੈਂਸ, ਮੈਨੂੰ ਕੋਈ ਪਰੇਸ਼ਾਨੀ ਲੱਗਦੀ ਨਹੀਂ ਕਿ MBA ਤੁਹਾਨੂੰ ਮੈਂ ਉੱਥੇ ਦਵਾ ਸਕਦਾ ਹੈਗਾ। ਡਾਇਰੈਕਟ MBA ਲੈ ਲਓਗੇ ਸਿੱਧੀ ਵਿਦਆਊਟ IELTS ਮਾਸਟਰ ਤੋਂ ਬਾਅਦ ਚੋਂ ਡਾਇਰੈਕਟ MBA ਇੰਗਲਿਸ਼ ਟੌਟ ਦੇ ਵਿੱਚ ਤੁਹਾਨੂੰ ਮੈਂ ਦਵਾ ਸਕਦਾ। ਸਾਡੇ ਕੋਲ ਹਰ ਲੋਕੇਸ਼ਨ 'ਤੇ ISM ਕਾਲਜ ਹੈ। ISM ਬਹੁਤ ਵਧੀਆ ਕਾਲਜ ਹੈ, ਬਹੁਤ ਸਾਰੇ ਅੱਛੇ ਉਹਨਾਂ ਦੇ ਲੋਕੇਸ਼ਨਸ ਹੈ, ਬਹੁਤ ਹਾਈ ਕੈਂਪਸਸ ਹੈਗੇ ਆ। ਦੇ ਆਰ ਜਸਟ ਇੱਕ ਟੈਸਟ ਲੈਂਦੇ ਆਨਲਾਈਨ ਟੈਸਟ, 45 ਯੂਰੋ ਦੀ ਫੀਸ ਹੈਗੀ ਆ। 45 ਵਿਦਆਊਟ IELTS ਉਹ ਤੁਹਾਨੂੰ ਐਡਮਿਸ਼ਨ ਦੇ ਦਿੰਦੇ ਆ। 1000 ਯੂਰੋ ਉਹਨਾਂ ਨੇ ਸਿਰਫ ਐਡਵਾਂਸ ਲੈਣਾ ਤੁਹਾਡੇ ਕੋਲੋਂ, ਉਹ ਵੀ ਤੁਹਾਡੇ ਟੈਸਟ ਕਲੀਅਰ ਹੋਣ ਤੋਂ ਬਾਅਦ ਚੋਂ। 45 ਯੂਰੋ ਪਹਿਲਾਂ ਲੱਗਣੇ ਆ, ਜਿਹੜੇ 3-3500 ਰੁਪਈਆ ਉਹ ਦੇ ਕੇ ਤੁਹਾਨੂੰ ਆਨਲਾਈਨ ਟੈਸਟ ਤੇ ਬਿਠਾਣਾ। ਆਨਲਾਈਨ ਟੈਸਟ ਦੇ ਵਿੱਚ ਅਗਰ ਤੁਸੀਂ ਪਾਸ ਹੋ ਜਾਂਦੇ ਡਾਇਰੈਕਟ ਤੁਹਾਨੂੰ ਅਨਕੰਡੀਸ਼ਨਲ ਆਫਰ ਲੈਟਰ ਮਿਲਦੀ ਹੈ। ਅਨਕੰਡੀਸ਼ਨਲ ਆਫਰ ਲੈਟਰ ਲੈ ਕੇ ਯੂ ਵਿਲ ਗੈਟ ਦਾ ਜਿਹੜਾ ਹੈਗਾ ਤੁਸੀਂ 1000 ਯੂਰੋ ਉਹ ਤੁਹਾਨੂੰ ਮੇਲ ਕਰਦੇ ਕਿ ਤੁਸੀਂ ਯੂ ਆਰ ਐਲੀਜੀਬਲ ਟੂ ਪੇ ਦਾ 1000 ਯੂਰੋ ਫॉर ਦਾ ਵੀਜ਼ਾ ਲੈਟਰ। 1000 ਯੂਰੋ ਪੇ ਕਰਕੇ ਤੁਹਾਨੂੰ ਉੱਥੇ ਰਸੀਦ ਤੇ ਵੀਜ਼ਾ ਲੈਟਰ ਭੇਜ ਦਿੰਦੇ, ਜਿਹੜੀ ਕਿ ਜਿਹਦੇ ਨਾਲ ਫਾਈਲ ਤੁਸੀਂ ਅੰਬੈਸੀ 'ਚ ਲਗਾ ਸਕਦੇ ਹੋ। ਜਸਟ 1000 ਯੂਰੋ, 90000 ਰੁਪਈਆ, 90000 ਰੁਪਇਆ ਪੇ ਕੀਤਾ। ਮੈਡੀਕਲ ਇੰਸ਼ੋਰੈਂਸ, ਅੰਬੈਸੀ ਫੀਸ ਤੇ ਯੂਨੀਸਿਸ ਦੀ ਫੀਸ। ਯੂਨੀਸਿਸ ਕੀ ਹੈਗਾ? ਯੂਨੀਸਿਸਟ ਉੱਥੇ ਇੱਕ ਅਥਾਰਟੀ ਹੈ, ਇੱਕ ਡਿਪਾਰਟਮੈਂਟ ਹੈ ਜਰਮਨੀ ਦਾ, ਜਿਹੜੀ ਤੁਹਾਨੂੰ ਪਰ ਜੇ ਤੁਸੀਂ ਡਾਇਰੈਕਟ ਮਾਸਟਰ ਲੈ ਰਹੇ ਹੋ ਤਾਂ ਫਿਰ ਯੂਨੀਸਿਸ ਦੀ ਫੀਸ ਤੁਹਾਨੂੰ ਪੇ ਕਰਨ ਦੀ ਲੋੜ ਨਹੀਂ ਹੈ। ਜਿਹੜੀ ਤੁਹਾਨੂੰ ਏਜ ਦਾ ਕੋਈ ਇਸ਼ੂ, ਏਜ ਤੁਹਾਡੀ ਜਿੰਨਾ ਵੀ ਅੱਜ ਅਸੀਂ UK ਕਰ ਰਹੇ ਹਾਂ ਉਹਦੇ ਵਿੱਚ 30-35 ਸਾਲ ਤੱਕ ਦੇ ਜਿਹੜੇ ਹੈਗੇ ਆ ਸਟੂਡੈਂਟਸ ਅਸੀਂ ਭੇਜ ਚੁੱਕੇ ਹੈਗੇ ਆ। ਹੁਣ ਤੁਹਾਡੀ ਏਜ ਕੀ ਹੈ ਮੈਨੂੰ ਤੁਸੀਂ ਦੱਸੋ। 33 ਈਅਰ ਓਲਡ ਆ। ਆਪਣੇ ਡਾਕੂਮੈਂਟ ਭੇਜੋ, ਮੈਂ ਡਾਕੂਮੈਂਟ ਅਸੈਸ ਕਰਕੇ ਤੁਹਾਨੂੰ ਮੈਂ 1 ਦਿਨ ਦੇ ਵਿੱਚ ਜਵਾਬ ਦੇ ਦਾਂਗਾ ਕਿ ਤੁਹਾਡੀ ਐਲੀਜੀਬਿਲਟੀ ਤੁਸੀਂ ਮੀਟ ਕਰ ਰਹੇ ਹੋ ਕਿ ਨਹੀਂ ਮੀਟ ਕਰ ਰਹੇ। ਮੁਸਕਾਨ, ਕੈਨ ਸਪਾਊਸ ਗੋ ਅਲੋਂਗ ਇਨ ਕੈਨੇਡਾ? ਕੈਨੇਡਾ ਵਿੱਚ ਬਿਲਕੁਲ ਸਪਾਊਸ ਨਹੀਂ ਜਾ ਸਕਦਾ, ਚਾਹੇ ਉਹ ਮਾਸਟਰ ਹੈ, ਪੋਸਟ ਗ੍ਰੈਜੂਏਸ਼ਨ ਹੈ, ਚਾਹੇ ਉਹ ਬੈਚਲਰ ਹੈ। ਕੈਨੇਡਾ ਦੇ ਵਿੱਚ ਸਪਾਊਸ ਪਹਿਲਾਂ ਮੇਨ ਐਪਲੀਕੈਂਟ ਜਾਂਦਾ, ਉਸ ਤੋਂ ਬਾਅਦ ਚੋਂ ਐਟਲੀਸਟ 6 ਮੰਥ ਤੁਸੀਂ ਵੇਟ ਕਰੋਗੇ, ਦੈਨ ਤੁਸੀਂ ਡਿਪੈਂਡੈਂਟ ਵੀਜ਼ੇ ਦੇ ਉੱਤੇ ਓਪਨ ਵਰਕ ਪਰਮਿਟ ਤੁਹਾਨੂੰ ਜਾ ਸਕਦੇ ਹੋ। ਬਟ ਉਹਦੇ ਚਾਂਸਸ ਜਿਹੜੇ ਆ ਇਸ ਵੇਲੇ ਬਹੁਤ ਡਾਈਸੀ ਹੈ। ਹੌਲੀ ਜਿਹੜੇ ਹੈਗੇ ਆ, ਅਗਰ ਤੁਹਾਡਾ ਵੀਜ਼ਾ ਹਾਈ ਕਮਿਸ਼ਨ ਮਤਲਬ ਲਾਇਰ ਤੋਂ ਲੱਗਦਾ ਪਿਆ ਤੇ ਦੈਨ ਚਾਂਸਸ ਅੱਛੇ ਹੈਗੇ ਆ। ਹਰਨੀਤ ਓਵਰਸੀਜ਼ ਪਾਥਵੇ ਐਜੂਕੇਸ਼ਨ ਦਾ ਕੈਨੇਡਾ 'ਚ ਆਫਿਸ ਹੈਗਾ। ਸਾਡੇ ਆਫਿਸਿਸ ਕੈਨੇਡਾ, ਆਸਟ੍ਰੇਲੀਆ, ਦੁਬਈ, UK ਤੇ ਇੰਡੀਆ, ਇਹ ਇੰਨਾ ਨੈਟਵਰਕ ਹੈਗਾ ਸਾਡੇ ਕੋਲ। ਕੈਨੇਡਾ ICCRC ਮੈਂਬਰ ਹੈ ਸਾਡੇ ਨਾਲ ਪਾਰਟਨਰ। ਮਾਰਾ ਏਜੰਟ ਹੈ ਸਾਡੇ ਕੋਲ ਆਸਟ੍ਰੇਲੀਆ ਦੇ ਵਿੱਚ ਸਾਡੇ ਨਾਲ ਪਾਰਟਨਰ। ਦੁਬਈ ਸਾਡਾ ਆਫਿਸ ਹੈ। UK ਸਾਡੀ ਰਜਿਸਟਰਡ ਹੈ ਕੰਪਨੀ। ਸੋ ਇਹਦਾ ਬਹੁਤ ਵਾਸਟ ਕੰਪਨੀ ਦਾ ਨੈਟਵਰਕ ਹੈਗਾ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਰਵਿਸ ਚਾਹੀਦੀ ਹੈ ਤੇ ਉਹ ਤੁਹਾਨੂੰ ਅਸੀਂ ਦੇ ਸਕਦੇ ਹਾਂ। ਹਰਮਨਦੇਵ ਸਰ, CIMT ਕਾਲਜ ਕੈਨੇਡਾ ਕਿਵੇਂ ਆ? ਚੇਂਜ ਹੋ ਜੂ ਬਾਅਦ 'ਚ? ਚੇਂਜ ਕਿਉਂ ਕਰਨਾ? CIMT ਇਜ਼ ਅ ਗੁੱਡ ਕਾਲਜ, ਪੋਸਟ ਸਟੱਡੀ ਵਰਕ ਪਰਮਿਟ ਹੈਗਾ ਉਹਦੇ ਵਿੱਚ ਤੇ ਤੁਹਾਨੂੰ ਇਸ ਕਾਲਜ ਦੇ ਵਿੱਚ ਜਾ ਕੇ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਪਰ ਕੈਨੇਡਾ ਦੇ ਰੂਲ ਨਵੇਂ ਜਿਹੜੇ ਆਏ ਆ ਉਸ ਹਿਸਾਬ ਨਾਲ ਜਿਹੜੇ ਬੱਚਿਆਂ ਦੇ ਕੋਲ ਅੱਜ ਵੀਜ਼ਾ ਹੈਗਾ, ਜਿਹੜੇ ਜਾ ਨਹੀਂ ਪਾਏ ਸੀ, ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕੈਨੇਡਾ ਦੇ ਵੀ ਉਹ ਵੀਜ਼ਾ ਅੱਜ ਵੀ ਉਹਨਾਂ ਦਾ ਵੈਲਿਡ ਹੈ। ਉਹ ਸਿਰਫ ਆਨਲਾਈਨ ਅਗਰ ਕਲਾਸ ਲਗਾਉਣੀ ਚਾਹੁੰਦੇ ਆ ਲਗਾਉਣ, ਨਹੀਂ ਲਗਾਉਣੀ ਚਾਹੁੰਦੇ ਨਾ ਲਗਾਉਣ। ਕਾਲਜ ਨੂੰ ਇੱਕ ਈਮੇਲ ਪਾਣੀ ਹੈ ਕਿ ਸਾਡਾ ਜਿਹੜਾ ਕੋਰਸ ਹੈ ਉਹ ਡੈਫਰ ਕਰ ਦਿੱਤਾ ਜਾਵੇ। ਮਈ 'ਚੋਂ ਡੈਫਰ ਕਰਕੇ ਉਹ ਸਪਟੈਂਬਰ ਕੀਤਾ ਸੀ, ਸਪਟੈਂਬਰ ਡੈਫਰ ਕਰਕੇ ਉਹ ਜਨਵਰੀ ਵੀ ਕਰ ਸਕਦੇ ਆ। ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਜਿਨ੍ਹਾਂ ਬੱਚਿਆਂ ਦੇ ਮੈਡੀਕਲ ਅਪਰੂਵ ਹੋ ਗਏ ਸੀ, ਜਿਨ੍ਹਾਂ ਦੀ ਵੀਜ਼ੇ ਦੀ ਕਾਪੀ ਆ ਗਈ ਸੀ, ਸਟੈਂਪਿੰਗ ਨਹੀਂ ਹੋਈ, ਉਹ ਸਾਰੇ ਬੱਚੇ ਸੇਫ ਹੈਗੇ ਆ, ਉਹਨਾਂ ਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ। ਮਨਰਾਜ ਪਠਾਨੀਆ, I called you office some days ago. They told me distance education not valid for Germany. Distance education not valid, ਇਹਦੇ ਵਿੱਚ ਤੁਸੀਂ ਮੈਨੂੰ ਡਾਕੂਮੈਂਟ ਭੇਜੋ। 1-2 ਕਾਲਸ ਮੇਰੇ ਨਾਲ ਡਿਸਕਸ਼ਨ ਹੋਈਆਂ ਸੀ। ਦੇ ਆਰ ਫਰਮ ਓਪਨ ਵਰਕ ਪਰਮਿਟ। ਦੇ ਉਹ ਓਪਨ ਸਕੂਲਿੰਗ ਸੀਗੀ ਉਹਨਾਂ ਦੀ।
डिस्टेंस एजुकेशन उन्होंने मैंने ये नहीं दस्या कि यूनिवर्सिटी है मतलब बैचलर की हुई है। तुसीं मैनूं डॉक्यूमेंट सैंड करो, ईमेल आईडी तुहानूं मैं दे दिंदा harneet@gmail.com, बड़ी सिंपल ईमेल आईडी हैगी है। तुसीं मैनूं अपने डॉक्यूमेंट सैंड करो, नाल अपना नाम अपना कॉन्टैक्ट नंबर लिखो तो मैं पर्सनली उस ईमेल नूं चैक करके तुहानूं रिप्लाई कर सकदा। रोहित होना का मैसेज है कि जर्मनी ਸਪਾਊਸ ਕਿੰਨੀ ਦੇਰ ਲਈ ਜਾ ਸਕਦਾ, ਮੇਨ ਐਪਲੀਕੈਂਟ ਵਾਈਫ ਮਾਸਟਰ ਲਈ। ਸਪਾਊਸ ਉਹਨੂੰ ਮੈਂ ਤਾਂ ਤੁਹਾਨੂੰ ਇਹ ਦੱਸਿਆ, ਸਪਾਊਸ ਨੂੰ ਉੱਥੇ ਉਨੀ ਦੇਰ ਦਾ ਵੀਜ਼ਾ ਮਿਲ ਸਕਦਾ ਜਿੰਨੀ ਦੇਰ ਦਾ ਮੇਨ ਐਪਲੀਕੈਂਟ ਦਾ ਵੀਜ਼ਾ, ਉਹਨੂੰ ਵਾਪਸ ਆਉਣ ਦੀ ਲੋੜ ਨਹੀਂ ਹੈ। ਸਪਾਊਸ ਮਾਸਟਰ ਪ੍ਰੋਗਰਾਮ ਦੇ ਲਈ ਉਹ ਡਿਪੈਂਡੈਂਟ ਵੀਜ਼ਾ ਮਿਲ ਜਾਏਗਾ, ਓਪਨ ਵਰਕ ਪਰਮਿਟ ਉੱਥੇ ਮਿਲ ਜਾਏਗਾ। ਸੋ ਨੋ ਵਰੀ, ਜਿਹੜੇ ਬੱਚੇ ਬੈਚਲਰ ਆ ਉਹਨਾਂ ਨੂੰ ਪਰੇਸ਼ਾਨੀ ਥੋੜੀ ਜਿਹੀ ਹੈਗੀ ਆ ਦੇ ਉਹਨਾਂ ਨੂੰ ਵਿਜ਼ਟਰ ਵੀਜ਼ਾ ਮਿਲਦਾ, ਪਰ ਜਿਹੜੇ ਮਾਸਟਰ ਦੇ ਲਈ ਜਾ ਰਹੇ ਆ ਉਹਨਾਂ ਦੇ ਸਪਾਊਸ ਨੂੰ ਉਨੀ ਦੇਰ ਦਾ ਵੀਜ਼ਾ ਤੇ ਵਰਕ ਰਾਈਟ ਵੀ ਮਿਲ ਜਾਂਦਾ ਜਿਹੜੇ ਬੱਚੇ ਮਾਸਟਰ ਦੇ ਲਈ ਜਾਂਦੇ ਆ। ਸੋ ਮੈਨੂੰ ਉਮੀਦ ਹੈ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਕ ਕਰੋਗੇ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋਗੇ, ਕਿਉਂਕਿ ਮੈਨੂੰ ਪਤਾ ਕਿ ਜਿੱਦਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਨੂੰ ਲੈ ਕੇ ਹੋਰ ਹਰ ਰੋਜ਼ ਨਵੇਂ ਰੂਲ ਚੇਂਜ ਹੋਣਗੇ। ਨਵੇਂ ਰੂਲ ਕਿੱਦਾਂ ਚੇਂਜ ਹੋਣਗੇ? ਕਾਲਜਸ ਵੱਖਰੀਆਂ ਆਪਸ਼ਨਾਂ ਦੇਣਗੇ। ਕਈ ਕਾਲਜ ਕਹਿਣਗੇ ਅਸੀਂ ਇੰਨੀ ਫੀਸ ਦਾ ਡਿਸਕਾਊਂਟ ਦੇ ਰਹੇ ਹਾਂ, ਕਈ ਕਾਲਜ ਕਹਿਣਗੇ ਅਸੀਂ ਸਾਡੇ ਕੋਲ ਤੁਸੀਂ ਹੁਣ ਮੈਂ ਉਹੀ ਕਹਿ ਰਿਹਾ, ਅਗਰ ਤੁਸੀਂ ਕੇਸ ਆਪਣਾ ਹਰਨੀਤ ਓਵਰਸੀਜ਼ ਪਾਥਵੇ ਐਜੂਕੇਸ਼ਨ ਦਾ ਸਾਡੇ ਕੋਲੋਂ ਲਵਾਉਂਦੇ ਹੋ, ਤੁਹਾਡਾ ਕੇਸ ਨੂੰ ਤੁਹਾਡੇ ਪੈਸੇ ਨੂੰ ਫਸਟ ਪ੍ਰਾਇੋਰਟੀ ਦਿਆਂਗਾ ਕਿ ਤੁਹਾਡਾ ਪੈਸਾ ਨਹੀਂ ਖਰਾਬ ਹੋਣਾ ਚਾਹੀਦਾ। ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਲੈ ਕੇ ਦੇਣ ਦੀ ਕੋਸ਼ਿਸ਼ ਕਰਾਂਗਾ ਜਿੱਥੇ ਫੀਸ ਅਸੀਂ ਮਿਨੀਮਮ ਦੇ ਕੇ ਤੇ ਇਨੀਸ਼ੀਅਲ ਡਿਪੋਜ਼ਿਟ ਦੇ ਵਿੱਚ ਅਸੀਂ ਅਪਲਾਈ ਕਰਾ ਦਈਏ। ਤੇ ਇਸ ਤੋਂ ਬਾਅਦ whenever you got the chance ਕਿ ਜਦੋਂ ਮੇਨ ਐਪਲੀਕੈਂਟ ਤੁਹਾਡੀ ਫਾਈਲ ਉਦੋਂ ਲਗਾਈਏ, ਤੁਹਾਡੀ ਜਦੋਂ ਤੁਹਾਡੇ ਡਾਕੂਮੈਂਟ ਸਾਰੇ ਪੂਰੇ ਹੋ ਗਏ, ਜਦੋਂ ਤੁਹਾਡੇ ਕੋਲ IELTS ਦੇ ਬੈਂਡ ਤੁਹਾਡੇ ਪੂਰੇ ਹੋ ਗਏ, ਆਪਾਂ SDS ਦੇ ਨਾਲ ਸਾਰੀਆਂ ਕੰਡੀਸ਼ਨਾਂ ਫੁਲਫਿਲ ਕਰ ਦਈਏ ਤੇ ਅਸੀਂ ਆਰਾਮ ਦੇ ਨਾਲ ਕੈਨੇਡਾ ਦਾ ਵੀਜ਼ਾ ਲੈ ਸਕੀਏ। ਕਿਉਂਕਿ ਕੈਨੇਡਾ ਮੈਨੂੰ ਇੱਕ ਚੀਜ਼ ਪਤਾ ਹੈਗੀ ਆ ਕਿ ਸਾਡੇ ਪੰਜਾਬੀਆਂ ਦੀ ਜਿੰਦ ਜਾਨ ਕੈਨੇਡਾ ਦੇ ਵਿੱਚ ਹੀ ਹੈ। ਜਰਮਨੀ ਦੇ ਵਿੱਚ ਸਾਡੇ ਕੋਲ ਮੈਂ ਤੁਸੀਂ ਟਰਸਟ ਨਹੀਂ ਕਰੋਗੇ 50 ਦੇ ਆਸ-ਪਾਸ ਕੇਸਸ ਅਸੀਂ ਆਲਰੇਡੀ ਐਨਰੋਲ ਕਰ ਚੁੱਕੇ ਹਾਂ ਜਰਮਨੀ ਦੇ। ਸੋ ਫਿਰ ਵੀ ਮੈਨੂੰ ਇਹ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਜਰਮਨੀ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲੇਗਾ, ਕਿਉਂਕਿ ਬਹੁਤ ਸਾਰੇ ਬੱਚੇ ਆ ਜਿਹੜੇ ਕੈਨੇਡਾ ਜਾਂ ਹੋਰ ਕਿਤੇ ਕੰਟਰੀ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਜਰਮਨੀ ਜਾਣਾ ਚਾਹੁੰਦੇ ਆ। ਡਿਊ ਟੂ ਜਰਮਨੀ ਦੇ ਵਿੱਚ ਰਸ਼ ਘੱਟ ਹੈਗਾ, ਜਰਮਨੀ ਕੋਈ ਇਸ ਵੇਲੇ ਪ੍ਰਮੋਟ ਨਹੀਂ ਕਰ ਰਿਹਾ, ਪਰ ਜਰਮਨੀ ਇਜ਼ ਵੈਰੀ ਗੁੱਡ ਕੰਟਰੀ। ਇੱਕ ਕੁਐਸਚਨ ਹੋਰ ਆ ਗਿਆ ਕਿ ਸਰ ਜਰਮਨੀ ਕਿੰਨੀ ਦੇਰ ਵਿੱਚ ਜਾ ਸਕਦਾ? 3 ਤੋਂ 6 ਮਹੀਨੇ। ਜਰਮਨੀ ਦੇਖੋ, ਜਰਮਨੀ ਦੀਆਂ ਫਲਾਈਟਾਂ ਜਿਹੜੀਆਂ ਕੱਲ ਮੈਂ ਤੁਹਾਨੂੰ ਦੱਸਿਆ ਸੀ, ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਹੈਗੀਆਂ ਜਰਮਨੀ ਨੂੰ ਇਨਕਲੂਡ ਕਰ ਰਹੇ ਆ ਐਸ ਸੂਨ ਐਸ ਪੋਸੀਬਲ। ਜਦੋਂ ਇੰਟਰਨੈਸ਼ਨਲ ਇਹ ਜੁਲਾਈ ਦੇ ਵਿੱਚ ਸ਼ੁਰੂ ਹੋ ਜਾਣੀਆਂ। VFS ਜਰਮਨੀ ਦਾ ਅਪਾਇੰਟਮੈਂਟ ਦੇਣੀ ਸ਼ੁਰੂ ਕਰ ਰਿਹਾ ਐਸ ਸੂਨ ਐਸ ਪੋਸੀਬਲ। ਇਹ ਸਾਰਾ ਕੁਝ ਅਨਾਉਂਸਮੈਂਟ ਇਸ ਜੁਲਾਈ ਦੇ ਵਿੱਚ ਹੋ ਜਾਏਗੀ ਤੇ ਇਨਟੇਕ ਜਿਹੜਾ ਹੈਗਾ ਉਹ ਆਰਾਮ ਦੇ ਨਾਲ ਲੈ ਕੇ ਚੱਲੀਏ ਅਸੀਂ। ਸਪਟੈਂਬਰ ਦੇ ਨਹੀਂ ਹੁਣ ਖਤਮ ਹੋ ਗਿਆ, ਇਟ ਵਿਲ ਬੀ ਔਨ ਜਨਵਰੀ। ਤੁਸੀਂ ਇਸ ਸਾਲ ਦੇ ਵਿੱਚ ਤੁਸੀਂ ਜਰਮਨੀ ਜਾ ਸਕਦੇ ਹੋ। ਜਰਮਨੀ ਇੰਨੇ ਨਖਰੇ ਨਹੀਂ ਕਰਦਾ, ਜਰਮਨੀ ਪਰੇਸ਼ਾਨ ਨਹੀਂ ਕਰਦਾ। ਜਰਮਨੀ ਦੇ ਵਿੱਚ ਅਪਾਇੰਟਮੈਂਟ ਲੈਣੀ ਥੋੜੀ ਜਿਹੀ ਡਿਫਿਕਲਟ ਹੈ, ਬਟ ਉਹ ਸਾਡੇ ਹੱਥ ਹੈਗੀ ਇਸ ਵੇਲੇ ਕਿ ਅਸੀਂ ਤੁਹਾਡੀ ਅਪਾਇੰਟਮੈਂਟ ਲੈ ਕੇ ਦੇ ਸਕਦੇ ਵਾਂਸ ਪਰ VFS ਖੁੱਲੇਗਾ ਤਾਂ। ਸਰ ਟੋਰਾਂਟੋ CIMT ਪ੍ਰਾਈਵੇਟ ਆ, ਵਰਕ ਪਰਮਿਟ ਹੁੰਦਾ, ਮੇਰਾ ਗੈਪ +2 2014 'ਚ ਹੈ। ਇੰਨੇ ਤੁਹਾਡਾ ਕੇਸ ਹਰਮਨਡੇਰ ਬਹੁਤ ਕੰਪਲੀਕੇਟਡ ਆ। 2014 ਤੁਹਾਡਾ 6 ਸਾਲ ਦਾ ਗੈਪ ਹੈਗਾ। 6 ਸਾਲ ਦਾ ਗੈਪ ਜਿਹੜਾ ਰਿਕਵਰ ਕਰਨਾ ਉਹ 5.5 ਤੋਂ 2 ਮੋਡਿਊਲ ਹੈਗੇ ਆ। ਮੈਂ ਤੁਹਾਨੂੰ ਫਿਰ ਇਹੀ ਗੱਲ ਕਹੂੰਗਾ ਕਿ ਅਗਰ ਫਾਈਲ ਜਿਹੜੀ ਹੈਗੀ ਆ ਅੰਬੈਸੀ ਦੇ ਵਿੱਚ ਪ੍ਰੀ ਅਪਰੂਵਲ ਦੀ ਤੁਸੀਂ ਲਗਾਤੀ ਤੇ ਤੁਹਾਨੂੰ ਇਹਦੇ ਵਿੱਚ ਇਹ ਅਪਲਾਈ ਕਰਨਾ ਪੈਣਾ ਕਿ ਤੁਹਾਨੂੰ ਆਨਲਾਈਨ ਕਲਾਸਿਸ ਲਗਾਉਣੀਆਂ ਪੈਣਗੀਆਂ ਔਰ 6 each ਦੁਆਰਾ ਲੈਣੇ ਪੈਣੇ ਆ। ਕੈਨੇਡਾ ਬਹੁਤ ਇਹਦੇ ਮੈਨੂੰ ਕੈਨੇਡਾ ਦੇ ਰੂਲ ਬਿਲਕੁਲ ਪਸੰਦ ਨਹੀਂ ਆਇਆ ਕਿ ਉਹਨਾਂ ਨੇ ਅੱਜ ਪ੍ਰੀ ਅਪਰੂਵਲ ਦੇਣ ਤੋਂ ਬਾਅਦ ਚੋਂ ਤੁਹਾਡੇ ਕੋਲ ਫੀਸਾਂ ਲੈ ਲਈਆਂ, ਤੁਹਾਡੀਆਂ ਕਲਾਸਾਂ ਸਟਾਰਟ ਕਰ ਦਿੱਤੀਆਂ। ਕੱਲ ਨੂੰ ਅਗਰ ਵੀਜ਼ਾ ਨਹੀਂ ਦਿੱਤਾ, ਵੀਜ਼ਾ ਕਿੱਥੋਂ? ਵੀਜ਼ਾ ਇੱਕ ਚੀਜ਼ ਧਿਆਨ ਦੇ ਨਾਲ ਸਮਝੋ, ਮੈਂ ਕੱਲ ਵੀ ਇੱਕ ਚੀਜ਼ ਸਮਝਾਈ ਸੀ, ਦਿਸ ਇਜ਼ ਪਿਓਰ ਬਿਜ਼ਨਸ। ਅੰਬੈਸੀ ਅਗਰ ਤੁਹਾਨੂੰ ਵੀਜ਼ਾ ਦੇ ਰਹੀ ਹੈ ਤੇ ਅੰਬੈਸੀ ਦਾ ਫਾਇਦਾ, ਤੁਹਾਡਾ ਫਾਇਦਾ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੈਗਾ। ਅੰਬੈਸੀ ਦਾ ਆਪਣਾ ਇੱਕ ਫਾਇਦਾ, ਅੰਬੈਸੀ ਤਾਂ ਵੀਜ਼ਾ ਦੇ ਰਹੀ ਹੈ, ਉਹਨੇ ਅੰਬੈਸੀ ਇੱਥੇ ਖੋਲ੍ਹੀ ਹੋਈ ਹੈ ਤੇ ਉਹ ਅੰਬੈਸੀ ਨੇ ਵੀਜ਼ੇ ਦੇਣ ਲਈ ਅੰਬੈਸੀ ਖੋਲ੍ਹੀ ਹੈ। ਉਹਨਾਂ ਨੇ ਆਪਣੀ ਇਕਨੋਮੀ ਠੀਕ ਰੱਖਣੀ ਹੈ। ਆਪਣੀ ਇਕਨੋਮੀ ਅਗਰ ਉਹ ਠੀਕ ਰੱਖਦੇ ਆ ਤੇ ਤੁਹਾਡੇ ਵੀਜ਼ੇ ਦੇ ਨਾਲ ਹੀ ਹੈ। ਹੁਣ ਇਸ ਵੇਲੇ ਉਹਨਾਂ ਨੇ ਡਿਊਲ ਗੇਮ ਖੇਡੀ ਹੈ ਕਿ ਤੁਹਾਡੇ ਕੋਲੋਂ ਫੀਸ ਵੀ ਲੈ ਲਈ, ਤੁਹਾਡੀਆਂ ਕਲਾਸਾਂ ਵੀ ਸਟਾਰਟ ਕਰ ਲਈਆਂ, ਕਾਲਜਾਂ ਦੇ ਖਰਚੇ ਵੀ ਨਿਕਲਣੇ ਸ਼ੁਰੂ ਹੋ ਗਏ, ਪਰ ਤੁਹਾਨੂੰ ਹਲੇ ਵੀਜ਼ਾ ਨਹੀਂ ਦਿੱਤਾ, ਤੁਸੀਂ ਟਰੈਵਲ ਨਹੀਂ ਕਰ ਸਕਦੇ। ਔਰ ਇਨ ਕੇਸ ਤੁਹਾਡੇ ਕੱਲ ਨੂੰ ਉਹਨਾਂ ਨੇ ਦੇਖਣਾ ਕਿ ਕੱਲ ਨੂੰ ਕਿੰਨੇ ਬੱਚੇ ਆ। ਦੋਸਤੋ ਇਹ ਬੜਾ ਈਜ਼ੀ ਪ੍ਰੋਸੈਸ ਤੁਹਾਨੂੰ ਸ਼ੋਅ ਕਰਨਾ ਸਾਰੇ ਕੰਸਲਟੈਂਟ ਨੇ। ਹੁਣ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ, ਪਹਿਲਾਂ ਕੀ ਸੀਗਾ, ਇੱਕ ਕਾਲਜ ਕੋਲ 50 ਸੀਟਾਂ ਸੀ ਜਾਂ 100 ਸੀਟਾਂ ਸੀ ਇੱਕ ਕੋਰਸ ਦੀਆਂ, ਉਹ 50 ਜਾਂ 100 ਬੱਚੇ ਹੀ ਪੜ੍ਹਾ ਸਕਦਾ ਸੀ। ਪਰ ਕੈਨ ਯੂ ਇਮੈਜਿਨ, ਤੁਸੀਂ ਸੋਚਿਆ ਕਦੀ ਕਿ ਆਨਲਾਈਨ ਤੇ ਉਹ 1000 ਬੱਚਾ ਪੜ੍ਹਾ ਸਕਦਾ? ਆਨਲਾਈਨ ਕਿਹੜੀ ਸੀਟ ਹੁੰਦੀ ਆ? ਆਨਲਾਈਨ ਤੇ ਘਰ ਬੈਠ ਕੇ ਪੜ੍ਹਦਾ।
ਹੁਣ ਸੋ ਆਫਰ ਲੈਟਰ ਤੁਹਾਨੂੰ ਅੱਜ ਵੀ ਦੇਖ ਲਿਓ, ਸਤੰਬਰ ਦੀਆਂ ਆਫਰ ਲੈਟਰਾਂ ਮਿਲਣੀਆਂ, ਜਨਵਰੀ ਦੀਆਂ ਆਫਰ ਲੈਟਰਾਂ ਮਿਲਣੀਆਂ ਉਹਨਾਂ ਕਾਲਜਾਂ ਦੀਆਂ ਜਿਹੜੇ ਕਾਲਜ ਕਹਿ ਚੁੱਕੇ ਸੀਗੇ ਕਿ ਸਾਡੇ ਕੋਲ ਤੇ ਸਤੰਬਰ ਇਨਟੇਕ ਹੈ ਹੀ ਨਹੀਂ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਸਤੰਬਰ ਆਨਲਾਈਨ ਕਲਾਸ ਲਗਾਣੀ ਆ, ਆਨਲਾਈਨ ਤੇ ਬੱਚਾ ਜਿੱਥੇ ਮਰਜ਼ੀ ਬੈਠਾ ਪੂਰੀ ਦੁਨੀਆ 'ਚ ਅਸੀਂ ਆਨਲਾਈਨ ਕਲਾਸ ਲਗਾ ਦੇਣੀ ਹੈ। ਆਨਲਾਈਨ ਕਲਾਸ ਦੇ ਨਾਲ ਤੁਹਾਨੂੰ ਪ੍ਰੀ ਅਪਰੂਵਲ ਮਿਲ ਜਾਣੀ ਆ। ਪ੍ਰੀ ਅਪਰੂਵਲ ਕਿਸੇ ਬੱਚੇ ਦੀ ਰਿਫਿਊਜ਼ਲ ਨਹੀਂ ਆਣੀ। ਫਿਰ ਮੇਰੀ ਗੱਲ ਸੁਣ ਲਓ, ਅਗਰ ਤੁਹਾਡਾ ਪ੍ਰਾਈਵੇਟ ਕਾਲਜ ਆ, ਤੁਹਾਡਾ ਸਰਕਾਰੀ ਕਾਲਜ ਆ, ਇੱਥੇ ਹੁਣ ਕੰਸਲਟੈਂਟ ਦੀ ਗੇਮ ਹੈ ਕਿ ਉਹ ਤੁਹਾਨੂੰ ਪ੍ਰਾਈਵੇਟ ਕਾਲਜ 'ਚ ਐਡਮਿਸ਼ਨ ਦਵਾ ਕੇ ਤੇ ਪ੍ਰੀ ਅਪਰੂਵਲ ਲੈ ਦਿੰਦਾ ਤੇ ਤੁਹਾਡੇ ਕੋਲੋਂ ਪੈਸੇ ਚਾਰਜ ਕਰ ਦਿੰਦਾ, ਬਟ ਅਲਟੀਮੇਟਲੀ ਇਹ ਤੁਹਾਡੇ ਕਰੀਅਰ ਦੇ ਨਾਲ, ਤੁਹਾਡੇ ਪੈਸੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਖਿਲਵਾੜ ਕੈਨੇਡਾ ਦੇ ਵਿੱਚ ਹੋਏਗਾ। ਕੈਨੇਡਾ ਬਹੁਤ ਧਿਆਨ ਦੇ ਨਾਲ ਅਪਲਾਈ ਕਰਿਓ। ਮੈਂ ਤੁਹਾਨੂੰ ਫੇਰ ਕਹਿ ਦਿੰਦਾ, ਕੈਨੇਡਾ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਬੱਚਿਆਂ ਦਾ ਬਹੁਤ ਨੁਕਸਾਨ ਹੋਏਗਾ ਇਨ ਕੇਸ ਦੁਬਾਰਾ ਵੀਜ਼ਾ ਨਹੀਂ ਆਇਆ, ਤੇ ਜਿਹੜੇ ਪੈਸੇ ਅਗਰ ਪਹਿਲਾਂ ਗਏ ਆ, ਮੈਂ ਇਹਦੇ ਵਿੱਚ ਤੁਹਾਨੂੰ ਸਾਫ਼ ਕਹੂੰਗਾ, ਅਗਰ ਮੈਨੂੰ ਕੋਈ ਕਾਲਜ ਨਹੀਂ ਕਹਿੰਦਾ ਕਿ ਅਸੀਂ ਪੈਸੇ ਨਹੀਂ ਰਿਫੰਡ ਕਰਨੇ ਜੀ, ਅਸੀਂ ਤੁਹਾਡੇ ਕੋਲ ਇੰਨੇ ਕੱਟਾਂਗੇ ਜੀ, ਇੰਨੇ ਜੇ ਕਰਾਂਗੇ ਜੀ, ਅੱਜ ਫੀਸ ਦੀ ਟ੍ਰਾਂਸਫਰ ਨਹੀਂ ਦਿਆਂਗੇ, ਮੈਂ ਕੋਈ ਫਾਈਲ ਕੈਨੇਡਾ ਦੇ ਲਈ ਨਹੀਂ ਕਹਾਂਗਾ ਕਿ ਤੁਸੀਂ ਪ੍ਰੀ ਅਪਰੂਵਲ ਦੇ ਲਈ ਆਪਣੀ ਕੈਨੇਡਾ ਦੀ ਫਾਈਲ ਲਗਾਓ, ਕਿਉਂਕਿ ਅਗਰ ਇਨ ਕੇਸ ਵੀਜ਼ਾ ਰਿਫਿਊਜ਼ ਹੋ ਗਿਆ, ਤੁਹਾਡੇ ਲੱਖਾਂ ਰੁਪਏ ਦਾ ਨੁਕਸਾਨ ਹੈ, ਤੁਹਾਡੇ ਕਰੀਅਰ ਦਾ ਨੁਕਸਾਨ ਹੈ, ਤੁਹਾਡੇ ਹਰ ਚੀਜ਼ ਦਾ ਨੁਕਸਾਨ ਹੈ। ਤੁਸੀਂ ਇੱਕ ਵੇਟ ਕਰ ਰਹੇ ਹੋ, ਤੁਸੀਂ ਪੜ੍ਹ ਵੀ ਰਹੇ ਹੋ, ਇੱਥੇ ਬੈਠ ਕੇ ਆਨਲਾਈਨ ਕਲਾਸਾਂ ਵੀ ਲਗਾ ਰਹੇ ਹੋ, ਤੁਸੀਂ ਫੀਸਾਂ ਵੀ ਲਈ ਜਾ ਰਹੇ ਹੋ, ਸਭ ਕੁਝ ਕਰ ਰਹੇ ਹੋ। ਸੋ ਡੋਂਟ ਗੋ ਫॉर दैट। ਟਰਾਈ ਕਰੋ ਕਿ ਇਸ ਵੇਲੇ ਬਹੁਤ ਸਾਰੇ ਪ੍ਰਾਈਵੇਟ ਕਾਲਜ ਆ। ਮੇਰੇ ਕੋਲ ਹੁਣ ਕਾਲਜ ਆ ਟੋਰਾਂਟੋ ਸਕੂਲ ਆਫ ਮੈਨੇਜਮੈਂਟ, 7000 ਫੀਸ ਹੈ 2 ਸਾਲ ਦੀ। ਕਾਲਜ ਨਾਲ ਗੱਲ ਕਰਕੇ ਆਪਾਂ ਸਾਲ ਦੀ ਫੀਸ ਪੇ ਕਰ ਸਕਦੇ। ਕਿੰਨੀ ਹੈ? 2 ਲੱਖ ਰੁਪਇਆ। 2 ਲੱਖ ਰੁਪਇਆ ਸਾਲ ਦੀ ਫੀਸ ਆਪਾਂ ਇੱਕ 2 ਲੱਖ ਰੁਪਇਆ ਭੇਜ ਦਿੱਤਾ ਕਾਲਜ ਨੂੰ। 2 ਲੱਖ ਰੁਪਇਆ ਭੇਜ ਕੇ ਅਸੀਂ ਵੇਟ ਕਰਦੇ ਹਾਂ। ਆਪਾਂ ਆਨਲਾਈਨ ਕਲਾਸ ਅਗਰ ਫਾਈਲ ਲਗਾਉਣੀ ਵੀ ਪੈ ਗਈ, ਅਸੀਂ ਆਨਲਾਈਨ ਅਸੀਂ ਲਗਾਤੀ, ਵੀਜ਼ਾ ਅਸੀਂ ਆਨਲਾਈਨ ਪੜ੍ਹ ਲਿਆ, ਇੱਥੇ ਅਸੀਂ ਸਾਰਾ ਕੁਝ ਕਰ ਲਿਆ ਇੱਥੇ, ਤੇ ਫੀਸ ਕਿੰਨੀ ਸੀ? ਸਿਰਫ 2 ਲੱਖ ਰੁਪਇਆ। ਹੁਣ ਇੰਨਾ ਕੁ ਆਪਾਂ ਰਿਸਕ ਲੈ ਸਕਦੇ ਹਾਂ। ਹੁਣ ਜਿੱਥੇ ਫੀਸ 8 ਲੱਖ ਰੁਪਇਆ ਭੇਜ ਦਿੱਤੀ ਸਾਲ ਦੇ, ਉੱਥੇ ਨਹੀਂ ਜਾ ਪਾ ਰਹੇ, ਜਾਂ ਕਾਲਜ ਦੇ ਨਾਲ ਗੱਲ ਕਰਕੇ ਅਗਰ 2 ਦੇ ਵਿੱਚੋਂ ਸਾਨੂੰ 1 ਲੱਖ ਵਾਪਸ ਆ ਜਾਂਦਾ, ਲੱਖ ਰੁਪਏ ਦਾ ਰਿਸਕ ਹੈ ਨਾ, ਦੈਟ ਵੀ ਕੈਨ, ਅਸੀਂ ਉਹ ਲੈ ਸਕਦੇ ਹਾਂ। ਸੋ ਇਸ ਤਰੀਕੇ ਦੇ ਨਾਲ ਜਿਹੜਾ ਕੰਸਲਟੈਂਟ ਤੁਹਾਡੀ ਸੋਚੇ ਉਹਦੇ ਨਾਲ ਚੱਲੋ, ਨਾ ਕਿ ਕੰਸਲਟੈਂਟ ਆਪਣਾ ਸੋਚੇ ਆਪਣਾ ਖਰਚਾ। ਹੁਣ ਮੈਂ ਤੁਹਾਨੂੰ ਦੇਖਦਾ ਪਿਆ, ਕੱਲ ਦੇ ਲਾਈਵ ਵੀਡੀਓਜ਼ ਦੇਖੋ, ਸਾਰੇ ਕੰਸਲਟੈਂਟ ਦੀਆਂ ਦੇਖੋ, ਉਹ ਇੰਨਾ ਕੰਸਲਟੈਂਟ ਖੁਸ਼ ਹੋਏ ਪਏ ਆ ਕਿ ਲਓ ਜੀ ਕੈਨੇਡਾ ਨੇ ਬਹੁਤ ਵਧੀਆ ਰੂਲ ਦੇ ਦਿੱਤੇ, ਕੈਨੇਡਾ ਦੇ ਬੱਲੇ ਬੱਲੇ ਕਰਾਤੀ, ਹੁਣ ਤੇ ਸਾਰੇ ਵੀਜ਼ੇ ਆਉਣਗੇ, ਹੁਣ ਤੇ ਹਰ ਇੱਕ ਬੱਚਾ ਵੀਜ਼ਾ ਲੈ ਲੇਗਾ। ਐਕਚੁਅਲ ਦੇ ਵਿੱਚ ਹੋਣਾ ਇੱਦਾਂ ਹੀ ਆ, ਹਰੇਕ ਨੂੰ ਪਹਿਲੀ ਸਟੇਜ ਦਾ ਵੀਜ਼ਾ ਮਿਲ ਜਾਣਾ, ਸੈਕਿੰਡ ਸਟੇਜ ਹਰੇਕ ਨੂੰ ਵੀਜ਼ਾ ਨਹੀਂ ਮਿਲਣਾ। ਇਹ ਮੇਰੀ ਗੱਲ ਧਿਆਨ ਦੇ ਨਾਲ ਸੁਣ ਲਓ। ਬੱਚੇ ਦਾ ਨੁਕਸਾਨ ਹੋਣਾ ਬਹੁਤ ਜ਼ਿਆਦਾ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ। ਆਪਣਾ ਕੰਸਲਟੈਂਟ ਚੂਜ਼ ਕਰਨ ਦੇ ਲਈ ਥੋੜਾ ਜਿਹਾ ਧਿਆਨ ਰੱਖਿਆ ਕਰੋ ਕਿ ਕੰਸਲਟੈਂਟ ਤੁਹਾਨੂੰ ਸਮਝਾ ਕੀ ਰਿਹਾ, ਕੰਸਲਟੈਂਟ ਤੁਹਾਨੂੰ ਤੁਹਾਡਾ ਫਾਈਲ ਪ੍ਰੋਸੈਸ ਕਿੱਦਾਂ ਕਰ ਰਿਹਾ। ਕਿਉਂਕਿ ਮੈਂ ਤੁਹਾਡੇ ਕੇਸ ਦੇ ਵਿੱਚ ਵੀ ਹੋਵਾਂਗਾ, ਮੈਂ ਉਹ ਕੇਸ ਤੁਹਾਨੂੰ ਕੰਸੈਂਟ ਪੂਰੀ ਲੈ ਕੇ ਕਿ ਹਾਂਜੀ ਕਾਲਜ ਮੈਨੂੰ ਕਹਿ ਰਿਹਾ ਕਿ ਮੈਂ ਰਿਫੰਡ ਨਹੀਂ ਦੇਣਾ, ਮੇਰੇ ਵੱਲੋਂ ਮੈਂ ਤੁਹਾਨੂੰ ਸਾਫ਼ ਕਹਿ ਰਿਹਾ ਕਿ ਫਾਈਲ ਨਾ ਲਗਾਓ ਹੱਲੇ, ਮੈਂ ਤੁਹਾਨੂੰ ਸਾਫ਼ ਕਹਿ ਰਿਹਾ ਕਿ ਹੱਲੇ ਵੇਟ ਕਰ ਲਓ। ਔਰ ਜਿਹੜੇ ਬੱਚੇ ਵੇਟ ਕਰਨਾ ਚਾਹੁੰਦੇ ਆ, ਅਗਰ ਤੁਹਾਡੇ ਕੋਲ 14-15 ਲੱਖ ਰੁਪਇਆ ਪਿਆ, 1 ਸਾਲ ਪਿਆ ਰਹੇਗਾ, ਕੋਈ ਪ੍ਰੋਬਲਮ ਨਹੀਂ ਹੈ, ਉਹ ਬੱਚੇ ਕੈਨੇਡਾ ਅਪਲਾਈ ਕਰੋ। ਹੱਲੇ ਜਿਹੜੇ ਬੱਚੇ ਉਹਦੇ ਪੈਸੇ ਲੋਨ ਚੱਕਣਾ ਸੀ, ਜਿਨ੍ਹਾਂ ਨੇ ਰਿਸ਼ਤੇਦਾਰਾਂ ਕੋਲੋਂ ਮੰਗ ਕੇ ਲੈਣੇ ਸੀ, ਆੜ੍ਹਤੀਆਂ ਕੋਲੋਂ ਮੰਗਣੇ ਸੀ, ਵਿਆਜੀ ਚੱਕਣੇ ਸੀ, ਉਹ ਕੈਨੇਡਾ ਹੱਲੇ ਨਾ ਸੋਚੋ, ਕਿਉਂਕਿ ਇੱਕੋ ਇੱਕ ਕੰਟਰੀ ਹੈ ਕੈਨੇਡਾ ਜਿਹੜੇ ਹੱਲੇ ਬਾਰਡਰ ਕਲੋਜ਼ ਹੀ ਰੱਖ ਰਹੀ ਹੈ। ਆਸਟ੍ਰੇਲੀਆ ਨੇ ਸਾਫ਼ ਕਹਿਤਾ ਮੈਂ ਬਾਰਡਰ ਕਲੋਜ਼ ਕਰਨੇ ਆ। ਆਸਟ੍ਰੇਲੀਆ ਅੱਜ ਖੁੱਲੀ ਵੀ ਹੋਈ ਹੈ, ਅੱਜ ਵੀਜ਼ਾ ਵੀ ਦੇ ਰਿਹਾ, ਸਭ ਕੁਝ ਕਰ ਰਿਹਾ ਆਸਟ੍ਰੇਲੀਆ, ਕੋਈ ਬਾਇਓਮੈਟ੍ਰਿਕ ਨਹੀਂ, ਕੋਈ ਕੁਛ ਨਹੀਂ। ਆਸਟ੍ਰੇਲੀਆ ਦੀ ਵੀਜ਼ਾ ਦੇ ਕੇ ਬਾਅਦ ਵੀ ਉਹ ਕਹਿ ਰਿਹਾ ਕਿ ਠੀਕ ਹੈ ਮੇਰੇ ਕੋਲ ਆਉਣਾ ਨਹੀਂ ਹੈ, ਤੁਸੀਂ ਆਪਣੀ ਕੰਟਰੀ ਬੈਠੋ, ਆਨਲਾਈਨ ਕਲਾਸਾਂ ਵੀ ਨਹੀਂ ਲੈਣੀਆਂ ਨਾ ਲਓ, ਕੋਈ ਗੱਲ ਨਹੀਂ, ਆਪਣੀ ਕੰਟਰੀ ਬੈਠੋ, ਵੀਜ਼ਾ ਤੁਹਾਨੂੰ ਦੇਤਾ 3 ਸਾਲ ਦਾ ਜਾਂ 4 ਸਾਲ ਦਾ। ਪਰ ਕੈਨੇਡਾ ਕੀ ਕਹਿ ਰਿਹਾ? ਕੈਨੇਡਾ ਕਹਿ ਰਿਹਾ ਤੁਹਾਡੀ ਪ੍ਰੀ ਅਪਰੂਵਲ ਦਿੱਤੀ ਹੈ, ਤੁਸੀਂ ਆਪਣਾ ਫਾਈਲ ਇੱਥੇ ਲਗਾਓ, ਆਪਣੀ ਕਲਾਸਿਸ ਸਟਾਰਟ ਕਰ ਦਿਓ, ਪੈਸੇ ਸਾਨੂੰ ਦੇ ਦਿਓ, ਤੇ ਇਨ ਕੇਸ ਦੁਬਾਰਾ ਤੁਹਾਡਾ ਵੀਜ਼ਾ ਅਸੀਂ ਰਿਫਿਊਜ਼ ਕਰਨਾ ਤੇ ਅਸੀਂ ਰਿਫਿਊਜ਼ ਕਰ ਸਕਦੇ ਹਾਂ। ਅਸੀਂ ਤੁਹਾਨੂੰ ਗਰੰਟੀ ਕੋਈ ਨਹੀਂ ਦਿੰਦੇ ਕਿ ਜਿਹੜਾ ਅਸੀਂ ਪਹਿਲਾਂ ਤੋਂ ਇਹ ਉਹਦੀ ਵੈਬਸਾਈਟ ਤੇ ਲਿਖਿਆ ਹੋਇਆ ਜਿਹੜੇ ਨਵੇਂ ਰੂਲ ਆਏ ਆ, ਜਿਸ ਬੱਚੇ ਨੂੰ ਚਾਹੀਦੇ ਆ ਮੇਰੇ ਨਾਲ ਸੰਪਰਕ ਕਰ ਸਕਦਾ, ਮੈਂ ਤੁਹਾਨੂੰ ਉਹ ਰੂਲ ਦੀ ਕਾਪੀ ਭੇਜ ਦਿੰਦਾ ਕਿ ਐਗਜ਼ੈਕਟ ਵਰਡਿੰਗ ਲਿਖੀ ਉਹਨਾਂ ਨੇ, ਵੀ ਕੈਨ ਨਾਟ ਗਰੰਟੀ ਯੂ ਦਾ ਵੀਜ਼ਾ। ਅਸੀਂ ਪੀਸੀਸੀ, ਹੁਣ ਦੱਸੋ, ਪਹਿਲਾਂ ਕੈਨੇਡਾ ਨੇ ਪੀਸੀਸੀ ਕਦੀ ਵੀ ਨਹੀਂ ਮੰਗਦਾ ਸੀ ਸਟੂਡੈਂਟ ਕੋਲੋਂ, ਹੁਣ ਕੈਨੇਡਾ ਨੇ ਪੀਸੀਸੀ ਮੰਗਣੀ ਸ਼ੁਰੂ ਕਰ ਦਿੱਤੀ ਹੈ ਕਿ ਅਸੀਂ ਸੈਕਿੰਡ ਸਟੇਜ ਪੀਸੀਸੀ ਲੈ ਕੇ ਫਿਰ ਅਪਲਾਈ ਕਰਾਂਗੇ, ਫਿਰ ਤੁਹਾਨੂੰ ਵੀਜ਼ਾ ਦੇਵਾਂਗੇ। ਕਿਉਂ? ਸੋ ਇਹਨਾਂ ਚੀਜ਼ਾਂ ਨੂੰ ਸਮਝੋ ਧਿਆਨ ਦੇ ਨਾਲ। ਇਹ ਤੁਹਾਡੇ ਨਾਲ ਚੀਜ਼ਾਂ ਅੱਗੇ ਆਉਣ ਵਾਲੇ ਦਿਨਾਂ 'ਚ ਕੀ ਹੋਣ ਵਾਲੀਆਂ। ਕੱਲ ਨੂੰ ਯੂਕੇ ਦੇ ਲਈ ਲਾਈਵ ਹੋਊਗਾ,
ਤੁਹਾਡੇ ਮੈਂ ਫਿਰ ਤੁਹਾਨੂੰ ਕਹਿ ਰਿਹਾ, ਕੋਈ ਤੁਹਾਡਾ ਟੌਪਿਕ ਹੈ, ਤੁਸੀਂ ਕਿਸੇ ਕੰਟਰੀ ਬਾਰੇ ਜਾਣਨਾ ਚਾਹੁੰਦੇ ਆ, ਕੈਨੇਡਾ ਵਰਕ ਪਰਮਿਟ ਦੇ ਲਈ ਮੈਂ 1-2 ਦਿਨ ਤੱਕ ਤੁਹਾਡਾ ਕੈਨੇਡਾ ਵਰਕ ਪਰਮਿਟ ਦੇ ਲਈ ਲਾਈਵ ਹੋਵਾਂਗਾ। ਕੈਨੇਡਾ ਵਰਕ ਪਰਮਿਟ ਦੇ ਵਿੱਚ ਹਲੇ ਕੋਈ ਰੂਲ ਨਹੀਂ ਚੇਂਜ ਹੋਇਆ, ਕੋਈ ਉਹਨਾਂ ਨੇ ਅਨਾਉਂਸਮੈਂਟ ਨਹੀਂ ਕੀਤੀ ਹੈਗੀ। ਸੋ ਜਿਹੜੇ ਬੱਚੇ ਕੈਨੇਡਾ PR ਕੈਨੇਡਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਆ, ਲਾਉਣਾ ਚਾਹੁੰਦੇ ਆ, AIPP ਦੇ ਵਿੱਚ ਲਗਾਉਣਾ ਚਾਹੁੰਦੇ ਆ, ਰੀਜਨਲ ਨੋਮੀਨੇਸ਼ਨ ਪ੍ਰੋਗਰਾਮ ਦੇ ਵਿੱਚ ਕਿਸੇ PNP ਦੇ ਵਿੱਚ ਲਗਾਉਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਤੁਸੀਂ ਐਲੀਜੀਬਿਲਿਟੀ ਟੈਸਟ ਕਰਾਉਣਾ, ਚੈੱਕ ਕਰਾਉਣੀ ਆ, ਆਪਣੇ ਰਿਜ਼ਿਊਮ ਸਾਨੂੰ ਭੇਜੋ। ਸਾਡੇ ICCRC ਮੈਂਬਰ ਜਿਹੜੇ ਹੈਗੇ ਆ ਥੋੜ੍ਹੇ ਦਿਨ ਤੋਂ ਤੁਹਾਡੇ ਨਾਲ ਲਾਈਵ ਹੋਣਾ ਸ਼ੁਰੂ ਹੋ ਜਾਣਗੇ। ਨਵੀਆਂ ਓਪਰਚੁਨਿਟੀਜ਼ ਕੈਨੇਡਾ ਦੀਆਂ PR ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨੀਆਂ ਸ਼ੁਰੂ ਕਰ ਦਾਂਗੇ ਕਿ ਕਿਹੜੀਆਂ ਓਪਰਚੁਨਿਟੀਜ਼ ਇਸ ਵੇਲੇ ਹੈਗੀਆਂ। ਸੋ ਦੋਸਤੋ, ਸਾਡੇ ਚੈਨਲ ਨਾਲ ਜੁੜੇ ਰਹੋ, ਸਾਡੇ ਨਾਲ ਅਪਡੇਸ਼ਨ ਦੇ ਨਾਲ ਸਾਡੇ ਪ੍ਰੋਗਰਾਮ ਨੂੰ ਲਾਈਕ ਔਰ ਸ਼ੇਅਰ ਕਰ ਦਿਆ ਕਰੋ ਅੱਗੇ, ਸੋ ਦੈਟ ਕਿ ਇਨਫੋਰਮੇਸ਼ਨ ਸਾਰਿਆਂ ਤੱਕ ਪਹੁੰਚੇ ਤੇ ਤੁਹਾਨੂੰ ਮੈਂ ਨਵੀਆਂ ਆਪਸ਼ਨਾਂ, ਨਵੀਆਂ ਅਪਡੇਟਸ ਦਿੰਦਾ ਰਹਾਂ। ਇੱਕ ਕੁਐਸਚਨ ਹੈ ਹੋਰ ਸਰ, ਜਿਸ ਤਰ੍ਹਾਂ ਮੇਰੇ ਵਾਈਫ ਜਾਂਦੇ ਜਰਮਨੀ ਤੇ ਮੈਂ ਉਸ ਤੋਂ ਬਾਅਦ ਕਿੰਨੀ ਦੇਰ ਵਿੱਚ ਜਾ ਸਕਦਾ? ਮੈਂ ਤੁਹਾਨੂੰ ਉਹੀ ਦੱਸਿਆ, ਐਸ ਸੁਨ ਐਸ ਉਹ ਜਰਮਨੀ ਜਾਂਦੇ ਆ, ਤੁਸੀਂ ਮਹੀਨੇ 2 ਮਹੀਨੇ ਬਾਅਦ ਅਪਲਾਈ ਕਰ ਸਕਦੇ। ਕੋਈ ਕੈਨੇਡਾ ਵਾਂਗੂ 6 ਮਹੀਨੇ ਵੇਟ ਕਰਨ ਦੀ ਲੋੜ ਨਹੀਂ ਹੈਗੀ। ਮਹੀਨੇ 2 ਮਹੀਨੇ ਬਾਅਦ ਤੁਸੀਂ ਜਰਮਨੀ ਦੇ ਲਈ ਅਪਲਾਈ ਕਰ ਸਕਦੇ ਹੋ। ਉਮੀਦ ਹੈ ਦੋਸਤੋ ਅੱਜ ਦਾ ਪ੍ਰੋਗਰਾਮ ਠੀਕ ਲੱਗਾ ਹੋਏਗਾ ਤੁਹਾਨੂੰ। ਕੱਲ 1 ਵਜੇ ਫਿਰ ਤੁਹਾਡੇ ਨਾਲ ਲਾਈਵ ਹੋਵਾਂਗਾ UK ਦਾ ਪ੍ਰੋਗਰਾਮ ਲੈ ਕੇ। ਜਿਹੜੇ ਬੱਚੇ UK ਜਾਣਾ ਚਾਹੁੰਦੇ ਆ ਵਿਦਾਊਟ ਆਇਲਸ, ਇੰਟਰਵਿਊ ਤੋਂ ਬਿਨਾਂ, ਘੱਟ ਫੀਸ ਦੇ ਵਿੱਚ, ਫੰਡ ਨੂੰ ਲੈ ਕੇ ਕੋਈ ਪਰੇਸ਼ਾਨੀ ਆ, ਉਹ ਕੱਲ ਨੂੰ ਜ਼ਰੂਰ ਲਾਈਵ ਮੇਰੇ ਨਾਲ ਹੋਣ। ਥੈਂਕ ਯੂ ਦੋਸਤੋ।